ਪੰਜਾਬ ਮੇਲ ਟੀਵੀ USA ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੇਜਪਾਲ ਸਿੰਘ ਬਨਿਹਾਸ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਜੰਕਸ਼ਨ। ਸਰਦਾਰ ਨਰਿੰਦਰ ਸਿੰਘ ਸੱਤੀ ਹੁਣੀ ਸਾਡੇ ਸਟੂਡੀਓ ਪਹੁੰਚ ਚੁੱਕੇ ਹੈ। ਉਹਨਾਂ ਨੂੰ ਜੀ ਆਇਆਂ ਕਹੀਏ ਤੇ ਪ੍ਰੋਗਰਾਮ ਸ਼ੁਰੂ ਕਰੀਏ। ਸੱਤੀ ਸਾਹਿਬ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੱਤੀ ਸਾਹਿਬ, ਸੁਰਜੀਤ ਪਾਤਰ ਹੁਣਾਂ ਦਾ ਸ਼ੇਅਰ ਹੈ ਜੀ, ਇਰਸ਼ਾਦ। ਕਹਿੰਦੇ ਕਿਸੇ ਦੇ ਜਿਸਮ 'ਚ ਕਿੰਨੇ ਕੁ ਡੂੰਘੇ ਲੱਥ ਜਾਓਗੇ ਕਿ ਆਖਰ ਲਾਸ਼ ਵਾਂਗੂ ਸਤਾ ਤੇ ਤੈਰ ਆਓਗੇ। ਮੈਂ ਰੇਤਾ ਹਾਂ ਜੀ, ਮੈਂ ਆਪਣੀ ਆਖਰੀ ਤਹਿਤੀਕ ਰੇਤਾ ਹਾਂ। ਮੇਰੇ ਚੋਂ ਨੀਰ ਲੱਭਦੇ ਤੁਸੀਂ ਵੀ ਰੇਤਾ ਹੋ ਜਾਓਗੇ। ਜੀ ਜੀ। ਸਤੀ ਸਾਹਿਬ, ਪੰਜਾਬੀਆਂ ਲਈ, ਖਾਸ ਕਰ ਸਿੱਖਾਂ ਲਈ ਰੇਤਾ ਹੀ ਅੱਖਾਂ 'ਚ ਪੈ ਰਿਹਾ, ਇਹਦੇ 'ਚੋਂ ਕਿਤੇ ਨੀਰ ਨਹੀਂ ਲੱਭ ਰਿਹਾ ਸਾਨੂੰ। 1947 'ਚ ਅਸੀਂ ਜਿਹੜਾ ਪੰਜਾਬ ਹੈ ਇਹ ਇਸ ਦੇਸ਼ ਨਾਲ ਜੁੜਿਆ। ਹਾਲੇ ਥੋੜ੍ਹੇ ਦਿਨ ਹੋਏ ਸੀ ਜਦੋਂ ਜਰਾਇਮ ਪੇਸ਼ਾ ਕੌਮ ਦਾ ਸਾਨੂੰ ਖਿਤਾਬ ਦੇ ਦਿੱਤਾ ਗਿਆ ਹੈ ਨਾਲ ਜੀ। ਉਸ ਤੋਂ ਬਾਅਦ 1956 'ਚ ਦਰਬਾਰ ਸਾਹਿਬ 'ਤੇ ਜੋ ਹੋਇਆ ਉਹ ਸਾਰਿਆਂ ਨੂੰ ਸਾਨੂੰ ਪਤਾ ਹੈ। ਪੰਜਾਬੀ ਮਾਂ ਬੋਲੀ ਦਾ ਮੋਰਚਾ ਲੱਗਾ ਅਤੇ ਜਿਨ੍ਹਾਂ ਨੇ ਪੰਜਾਬੀ ਕਦੇ ਲਿਖੀ ਨਹੀਂ, ਹਿੰਦੀ ਕਦੇ ਲਿਖੀ ਨਹੀਂ ਸੀ, ਉਹਨਾਂ ਲੋਕਾਂ ਨੂੰ ਉਕਸਾ ਕੇ ਉਹਨਾਂ ਨੂੰ ਇਹ ਲਿਖਵਾਇਆ ਗਿਆ ਵੀ ਤੁਹਾਡੀ ਭਾਸ਼ਾ ਹਿੰਦੀ ਹੈ ਤਾਂ ਕਿ ਪੰਜਾਬ ਇੱਕ ਸੂਬਾ ਨਾ ਬਣ ਸਕੇ। ਜੀ। 1978 ਵਾਪਰਿਆ, 1984 ਵਾਪਰਿਆ। ਉਹਦੇ ਤੋਂ ਬਾਅਦ ਅੱਜ ਫੇਰ ਅਜੋ 2015 ਦੇ ਵਿੱਚ ਸਾਡਾ ਈਸਟ ਜੋ ਹੈਗਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ, ਉਹਦੇ ਪੰਨੇ ਤੱਕ ਰੂੜੀਆਂ 'ਤੇ ਖਿਲਾਰੇ ਗਏ। ਜੀ। ਇਹ ਰੇਤਾ 'ਚੋਂ ਸਾਨੂੰ ਕਦੀ ਨੀਰ ਲੱਭੂਗਾ? ਹੁਣ ਜੋ ਹੋਇਆ, ਇੱਕ ਸਿੱਟ ਬਣੀ ਸੀ, ਉਹ ਸਿੱਟ ਦੇ ਜਿਹੜੇ ਦੂਸਰੇ ਸੀਗੇ ਕੁੰਵਰ ਵਿਜੇ ਪ੍ਰਤਾਪ ਸਿੰਘ, ਉਹਨਾਂ ਨੂੰ ਲੈ ਕੇ ਇੰਨਾ ਵਿਵਾਦ ਹੋਇਆ ਅਤੇ ਹਾਈ ਕੋਰਟ ਦੇ ਜੱਜ ਸਾਹਿਬਾਨ ਕਹਿੰਦੇ ਵੀ ਇਹ ਤਾਂ ਮੈਂ ਰੱਦ ਹੀ ਕਰ ਦਿੱਤਾ, ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਬਿਨਾਂ ਸਿੱਟ ਬਣਾਓ। ਇਹ ਤਾਂ ਫਿਰ ਉਹੀ 1984 ਵਾਲਾ ਹੀ ਕੰਮ ਸ਼ੁਰੂ ਹੋ ਗਿਆ ਵੀ ਨਾ, ਉਹ ਕਹਿੰਦੇ ਹੁੰਦੇ ਆ ਵੀ 9 ਮਣ ਤੇਲ ਹੋਵੇ ਤੇ ਨਾ ਰਾਧਾ ਨੱਚੇ। ਇਹ ਤਾਂ ਸਿਰਫ ਸਾਡੇ ਹਰ ਮਸਲੇ ਨੂੰ ਇੱਦਾਂ ਲਟਕਾ ਕੇ ਖ਼ਤਮ ਕਰੀ ਜਾਣਗੇ ਪੀੜ੍ਹੀ ਦਰ ਪੀੜ੍ਹੀ। ਤੇਜਪਾਲ ਜੀ, ਇਹ ਪੰਜਾਬੀਆਂ ਦਾ, ਖਾਸ ਕਰਕੇ ਸਿੱਖਾਂ ਦਾ ਇਹ ਦੁਖਾਂਤ ਆ ਭਈ ਮੁੱਢ ਕਦੀਮ ਤੋਂ ਲੈ ਕੇ ਹਾਕਮ ਵੈਰੀ ਰਹੇ ਨੇ ਪੰਜਾਬੀਆਂ ਦੇ, ਸਿੱਖਾਂ ਦੇ ਖਾਸ ਕਰਕੇ। ਜੀ। 47 'ਚ ਜਿਹੜੀਆਂ ਘਟਨਾਵਾਂ ਵਾਪਰੀਆਂ, ਤੁਸੀਂ ਕਹਿੰਦੇ ਹੁੰਦੇ ਆ ਵੀ ਆਪਾਂ ਐਵੇਂ ਹੀ ਅੰਗਰੇਜ਼ਾਂ ਨੂੰ ਦੋਸ਼ ਦਿੰਦੇ ਆ। ਬਿਲਕੁਲ। ਦਰਅਸਲ ਇਹ ਕਾਲੇ ਅੰਗਰੇਜ਼ ਜਿਹੜੇ, ਚਾਹੇ ਉਹ ਨਹਿਰੂ ਤੋਂ ਲੈ ਕੇ ਅੱਜ ਤੱਕ ਦੇ, ਜੀ, ਇਹਨਾਂ ਦਾ ਵਧੇਰੇ ਰੋਲ ਰਿਹਾ ਇਸ ਵੰਡ ਦੇ ਵਿੱਚ। ਬਿਲਕੁਲ। ਧਰਮ ਦੇ ਨਾਂ 'ਤੇ ਲੋਕਾਂ ਨੂੰ ਵੰਡ ਦਿੱਤਾ। ਕਦੀ ਕਦੀ ਸੋਚਦਾ ਹੁੰਦਾ ਵੀ ਸ਼ਾਇਦ ਜਰਮਨ ਤਾਂ ਇਕੱਠੇ ਹੋ ਗਏ, ਜੀ, ਵੀਅਤਨਾਮ ਨੂੰ 2 ਕਰ ਗਏ ਸੀ ਅਮਰੀਕਾ ਵਾਲੇ, ਉਹ ਵੀ ਉੱਤਰੀ ਤੇ ਦੱਖਣੀ ਵੀਅਤਨਾਮ ਇੱਕ ਹੋ ਗਏ। ਬਿਲਕੁਲ ਹੋ ਗਏ। ਉੱਥੇ ਸ਼ਾਇਦ ਧਰਮ ਦਾ ਰੌਲਾ ਨਹੀਂ ਸੀ। ਬਿਲਕੁਲ। ਸਾਡੇ ਉਹੀ ਭਾਸ਼ਾ, ਉਹੀ ਪਹਿਰਾਵਾ, ਉਹੀ ਖਾਣ ਪੀਣ, ਉਹੀ ਰੋਣਾ, ਉਹੀ ਗਾਲਾਂ, ਜੀ, ਸਭ ਕੁਝ ਇੱਕ ਹੈ ਅਤੇ ਧਰਮ ਦੇ ਆਧਾਰ 'ਤੇ ਵੰਡ ਹੋ ਗਈ। ਉਹਦੇ ਜ਼ਖਮ ਅਜੇ ਤੱਕ ਅੱਲੇ ਨੇ। ਇੰਨੀ ਵੱਡੀ ਮਾਸ ਮੂਵਮੈਂਟ ਕਦੀ ਨਹੀਂ ਹੋਈ, ਇੰਨਾ ਕਤਲੋ ਗਾਰਤ ਕਦੀ ਨਹੀਂ ਹੋਈ, ਇੰਨੇ ਉਧਾੜੇ ਕਦੀ ਨਹੀਂ ਹੋਏ, ਇੰਨਾ ਖੂਨ ਕਦੀ ਚਿੱਟਾ ਨਹੀਂ ਸੀ ਹੋਇਆ ਜਿੱਦਾਂ 47 ਵੇਲੇ ਹੋਇਆ। ਬਿਲਕੁਲ। ਫਿਰ ਪੰਜਾਬੀ ਸੂਬੇ ਦੇ ਮੋਰਚੇ ਲੱਗੇ। ਕਿੱਥੇ ਤਾਂ ਪੰਜਾਬ ਜਿਹੜਾ ਲੇਹ ਲਦਾਖ ਤੱਕ ਸਰਹੱਦਾਂ ਅਤੇ ਉੱਧਰ ਦਰਿਆ ਨੀਲ ਤੱਕ, ਦਰਾ ਖੈਬਰ ਤੱਕ ਸਾਡੀਆਂ ਸਰਹੱਦਾਂ ਹੁਣ ਇੱਕ ਸੂਬੀ ਜੀ ਬਣਾ ਕੇ ਬੈਠੇ ਆ। ਪੰਜਾਬੀ ਬੋਲਣ ਦੇ ਮਸਲੇ ਲੈ ਲਓ। 78 ਦੀਆਂ ਅੰਮ੍ਰਿਤਸਰ ਦੀਆਂ ਘਟਨਾਵਾਂ, ਜਦੋਂ ਨਿਰੰਕਾਰੀਆਂ ਨੇ ਗੋਲੀ ਚਲਾਉਂਦੇ ਆ, ਠੀਕ ਹੈ, ਸਿੰਘ ਸ਼ਹੀਦ ਹੁੰਦੇ ਨੇ। ਉਸ ਪਿੱਛੋਂ ਭਿੰਡਰਾਂਵਾਲਾ ਜਾਂ ਸੰਤ ਬਾਬਾ ਹਰਚੰਦ ਸਿੰਘ ਲੌਂਗੋਵਾਲ ਦੀ ਅਗਵਾਈ ਦੇ ਵਿੱਚ, ਉਹਦੇ ਵਿੱਚ ਸਿਆਸਤ ਅੱਜ ਦੇ ਜਿਹੜੇ ਬਾਦਲ ਨੇ ਉਹਦੇ ਵਿੱਚੋਂ ਉੱਭਰ ਕੇ ਅੱਗੇ ਆਉਂਦੇ ਨੇ। ਬਰਨਾਲੇ ਹੁਰੀ ਉਸ ਸਿਆਸਤ ਵਿੱਚੋਂ ਉੱਭਰ ਕੇ ਅੱਗੇ ਆਉਂਦੇ ਨੇ। 5 ਵਾਰ ਮੁੱਖ ਮੰਤਰੀ ਬਣਦੇ ਆ, ਫਿਰ ਪੰਜਾਬ ਉੱਥੇ ਦਾ ਉੱਥੇ ਖੜਾ। ਮਸਲੇ ਪੰਜਾਬ ਦੇ ਉਦੋਂ ਚੇਤੇ ਹੁੰਦੇ ਨੇ ਜਦੋਂ ਆਉਂਦੇ ਆ, ਜਦੋਂ ਸੱਤਾ ਤੋਂ ਬਾਹਰ ਹੁੰਦੇ ਆ। ਬਿਲਕੁਲ। ਅੱਜ ਗੁਰੂ ਗ੍ਰੰਥ ਸਾਹਿਬ ਸਾਡਾ ਇਸ਼ਟ ਆ, ਬਿਲਕੁਲ, ਸ਼ਬਦ ਗੁਰੂ ਆ, ਜਿਹਦੇ ਤੋਂ ਅਸੀਂ ਰੋਜ਼ ਸਵੇਰੇ ਉੱਠ ਕੇ ਸੇਧ ਲੈਂਦੇ ਆ, ਠੀਕ ਹੈ, ਜਿਹਦਾ ਕੀਰਤਨ ਸੁਣਦੇ ਆ, ਜਿਹਦੀ ਇਲਾਹੀ ਬਾਣੀ ਦਾ, ਠੀਕ ਹੈ, ਉਹਦੀ ਬੇਅਦਬੀ ਹੋਈ ਹੋਵੇ, ਬਾਈਬਲ ਕਲਾਂ ਬਰਗਾੜੀ ਕਾਂਡ ਵਾਪਰਨ ਉਸ ਪਿੱਛੋਂ, ਔਰ ਸਰਕਾਰਾਂ ਜਿਹੜੀਆਂ ਹੁਣ ਤੀਸਰੀ ਆਉਣ ਨੂੰ ਫਿਰਦੀ ਹੈ, ਅਜੇ ਤੱਕ ਕੋਈ ਨਿਆਂ ਸਿੱਖਾਂ ਨੂੰ ਉਸ ਮਸਲੇ ਵਿੱਚ ਨਹੀਂ ਮਿਲਦਾ। ਬਿਲਕੁਲ। ਕੁੰਵਰ ਵਿਜੇ ਪ੍ਰਤਾਪ ਹੁਰੀ
ਪੰਜਾਬ ਦੇ ਮੰਨੇ ਪ੍ਰਮੰਨੇ ਇਮਾਨਦਾਰ ਅਫਸਰਾਂ ਵਿੱਚੋਂ ਇੱਕ ਆ। ਪਹਿਲਾਂ ਤਾਂ ਪਰਮਰਾਜ ਉਮਰਾ ਨੰਗਲ ਇਤਰਾਜ਼ ਕਰਦਾ ਜੀ ਇਹ ਨਹੀਂ ਹੋਣਾ ਚਾਹੀਦਾ ਸਿੱਟ ਦਾ ਮੁਖੀ। ਸੁਮੇਧ ਸਿੰਘ ਸੈਣੀ ਇਤਰਾਜ਼ ਕਰਦੇ ਨੇ ਵੀ ਇਹ ਸਿੱਟ ਦੇ ਮੁਖੀ ਨਹੀਂ ਹੋਣੇ ਚਾਹੀਦੇ। ਤੁਹਾਨੂੰ ਕੀ ਇਤਰਾਜ਼ ਆ? ਤੁਸੀਂ ਵੀ ਕੌਪਸ ਹੋ, ਉਹ ਵੀ ਕੌਪ ਹੈ, ਠੀਕ ਹੈ। ਕਿਉਂਕਿ ਉਹ ਸੱਚੀ ਗੱਲ ਕਰਦਾ, ਤਰਫਦਾਰੀ ਕਿਸੇ ਦੀ ਨਹੀਂ ਕਰਦਾ। ਬਿਲਕੁਲ। ਉਸ ਪਿੱਛੋਂ ਕਦੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਦਾ, ਉਹ ਸਾਰਾ ਲੰਮ ਲੇਟ ਵੱਟੇ ਖਾਤੇ ਪਾ ਕੇ ਚਲਾਨ ਕਿੰਨੇ ਵਰ੍ਹਿਆਂ ਬਾਅਦ ਪੇਸ਼ ਹੁੰਦਾ, ਪੇਸ਼ ਹੀ ਨਹੀਂ ਹੁੰਦੇ। ਪਰਮਰਾਜ ਉਮਰਾ ਨੰਗਲ ਪੇਸ਼ ਨਹੀਂ ਹੁੰਦਾ, ਜੇ ਪੇਸ਼ ਹੁੰਦਾ ਤਾਂ ਅਣਪਛਾਤੇ ਬੰਦੇ ਨਾਲ ਪੇਸ਼ ਹੁੰਦੇ ਨੇ। ਦੂਸਰੀ ਧਿਰ ਨੂੰ ਕਹਿਣਾ ਪੈਂਦਾ ਵੀ ਇਹ ਪੇਸ਼ੀ ਵੇਲੇ ਮਸ਼ਕੂਕ ਲੋਕਾਂ ਨੂੰ ਨਾਲ ਲੈ ਕੇ ਆਉਂਦਾ, ਸ਼ੱਕੀ ਲੋਕਾਂ ਨੂੰ, ਜਿਹੜੇ ਗਵਾਹਾਂ ਨੂੰ ਡਰਾਉਂਦੇ ਧਮਕਾਉਂਦੇ ਨੇ। ਬਿਲਕੁਲ। ਉਸ ਪਿੱਛੋਂ ਸੁਮੇਧ ਸਿੰਘ ਸੈਣੀ ਆਪਣੀ Z+ ਸਿਕਿਉਰਿਟੀ ਛੱਡ ਕੇ ਦੌੜ ਜਾਂਦਾ ਘਰੋਂ। ਅੱਜ ਤੱਕ ਕਦੀ ਸੁਣਿਆ ਤੁਸੀਂ ਪਈ ਕਿਸੇ ਅਫਸਰ ਨੂੰ ਸਜ਼ਾ ਦਿੱਤੀ ਹੋਵੇ, ਸਿਕਿਉਰਿਟੀ ਦੇ ਕਿਸੇ ਇੰਚਾਰਜ ਅਫਸਰ ਨੂੰ ਉਹਦੇ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੋਵੇ ਪਈ ਕਿਵੇਂ ਉਹਨਾਂ ਦੀ ਮੌਜੂਦਗੀ ਦੇ ਵਿੱਚ ਫਿਰ Z+ ਸਿਕਿਉਰਿਟੀ ਦਾ ਕੀ ਮਤਲਬ? ਬਿਲਕੁਲ। ਉਸ ਪਿੱਛੋਂ ਕਿੱਦਾਂ ਕਦੀ ਆਪਣੇ ਫਾਰਮ ਹਾਊਸ ਤੇ, ਕਦੀ ਦਿੱਲੀ, ਕਦੀ ਚੰਡੀਗੜ੍ਹ, ਫਿਰ ਅਖੀਰ ਆਣ ਕੇ ਹੁਣ ਪਿੱਛੇ ਜਿਹੇ ਪੇਸ਼ ਹੁੰਦੇ ਆ, ਮਾਮਲਾ ਸੈਸ਼ਨ ਕੋਰਟ ਵਿੱਚ ਆ। ਉਹਦੇ ਦੌਰਾਨ ਕੀ ਹੁੰਦਾ ਪਈ ਹਾਈ ਕੋਰਟ ਦੇ ਵਿੱਚ ਕਿੰਨੇ ਕਿੰਤੂ ਪਰੰਤੂ ਕਿੰਨੀਆਂ ਟਿੱਪਣੀਆਂ ਹਾਈ ਕੋਰਟ ਦੇ ਜਸਟਿਸ ਕਰਦੇ ਨੇ ਸਿੱਟ ਤੇ ਵੀ ਪਈ ਇਹ ਜੀ ਜਿਹੜਾ ਮੁਖੀ ਆ ਇਹ ਕੱਲ੍ਹ ਨੂੰ ਚੋਣ ਲੜਨਾ ਚਾਹੁੰਦਾ, ਇਹ ਹੀਰੋ ਬਣਨਾ ਚਾਹੁੰਦਾ, ਸਿੰਘਮ ਬਣਨਾ ਚਾਹੁੰਦਾ। ਜੇ ਇੱਕ ਇਮਾਨਦਾਰ ਅਫਸਰ ਕੰਮ ਕਰ ਰਿਹਾ ਤੇ ਉਹਦੇ ਤੇ ਇਹੋ ਜਿਹੀਆਂ ਟਿੱਪਣੀਆਂ ਤਾਂ ਘੱਟੋ ਘੱਟ ਵਾਜਬ ਨਹੀਂ। ਬਿਲਕੁਲ। ਇਹ ਮਸਲਾ ਅਕਾਲੀ ਉਲਝਾਉਣਾ ਚਾਹੁੰਦੇ ਸੀਗੇ CBI ਨੂੰ ਦੇ ਕੇ। ਬਿਲਕੁਲ। ਪੰਜਾਬ ਸਰਕਾਰ ਨੇ ਰੌਲਾ ਰੱਪਾ ਪਾ ਕੇ CBI ਫਾਈਲ ਵੀ ਨਹੀਂ ਸੀ ਦੇਣ ਨੂੰ ਤਿਆਰ। ਰਿਕਾਰਡ ਦਸਤਾਵੇਜ਼ ਜਿਹੜੇ ਆ ਉਹ ਅਦਾਲਤ ਰਾਹੀਂ ਜਿਹੜਾ ਸਿੱਟ ਨੂੰ ਮਿਲਦੇ ਨੇ। ਤੇ ਹੁਣ ਵੀ ਸਿੱਟ ਰੱਦ, ਉਹਦਾ ਮੁਖੀ ਹਟਾ ਦਿੱਤਾ ਜਾਵੇ। ਪਹਿਲੇ 2-3 ਦਿਨ ਤਾਂ ਪੰਜਾਬ ਸਰਕਾਰ ਵੀ ਸੋਚਦੀ, ਕਿਉਂਕਿ ਅਗਲਾ ਮੁੱਦਾ ਚੋਣਾਂ ਸਿਰ ਤੇ ਨੇ। ਜੀ ਜੀ। ਅਕਾਲੀਆਂ ਲਈ ਵੀ ਮੁੱਦਾ ਆ ਵੀ ਦੇਖੋ ਜੀ ਸਾਡੇ ਤੋਂ ਤਾਂ ਕੁਛ ਨਹੀਂ ਹੋਇਆ, ਕਾਂਗਰਸੀਆਂ ਨੇ ਨਹੀਂ ਕੁਛ ਕੀਤਾ। ਕਾਂਗਰਸ ਕੋਲ ਕੋਈ ਜਵਾਬ ਦੇਣ ਵਾਲੀ ਗੱਲ ਨਹੀਂ। ਔਰ ਰਾਜਾ ਸਾਹਿਬ ਕਹਿੰਦੇ ਨੇ ਵੀ ਜੇ ਸਿੱਟ ਰੱਦ ਹੁੰਦੀ ਆ, ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੂੰ ਹਟਾਇਆ ਜਾਂਦਾ ਤੇ ਅਸੀਂ ਸੁਪਰੀਮ ਕੋਰਟ 'ਚ ਜਾਵਾਂਗੇ ਇਹਦੇ ਖਿਲਾਫ। ਜਾਣਾ ਕਦੋਂ ਨੂੰ ਆ ਤੁਸੀਂ? ਜਿਹੜਾ ਜੋ ਕੋਰਟ ਦਾ ਫੈਸਲਾ ਆ ਉਹ ਤਾਂ ਰਾਤੋਂ ਰਾਤ ਸਕਰੂਟਨੀ ਉਹਦੀ ਹੋਣੀ ਚਾਹੀਦੀ ਆ। ਬਿਲਕੁਲ। ਦੈਟ ਸ਼ੁੱਡ ਬੀ ਪਰੂਜ਼, ਵੀ ਉਹਨੂੰ ਪੜ੍ਹਿਆ ਜਾਵੇ ਗੌਰ ਨਾਲ, ਤਾਂ ਕਿ ਉਹਦੇ ਅਕੋਰਡਿੰਗਲੀ ਅਗਲਾ ਐਕਸ਼ਨ ਸਰਕਾਰ ਲਵੇ। ਸੋ ਮੈਨੂੰ ਲੱਗਦਾ ਭਈ ਜੇ ਕੁੰਵਰ ਵਿਜੇ ਪ੍ਰਤਾਪ ਸਿੰਘ ਵਰਗੇ ਇਮਾਨਦਾਰ ਅਫਸਰ ਨੂੰ ਹਟਾਇਆ ਜਾਂਦਾ, ਇਹ ਸਾਰਾ ਮਸਲਾ ਵੱਟੇ ਖਾਤੇ ਪਾਇਆ ਜਾਂਦਾ। 84 ਦੀਆਂ ਜਿਹੜੀਆਂ ਘਟਨਾਵਾਂ ਨੇ ਤੁਸੀਂ ਦੇਖੋ ਅੱਜ ਤੱਕ ਕੋਈ ਇਨਸਾਫ ਨਹੀਂ ਮਿਲਿਆ। ਬਿਲਕੁਲ। ਉਹ ਆਟੇ 'ਚ ਲੂਣ ਬਰਾਬਰ ਨਹੀਂ। ਜੇ ਕੋਈ ਸਜ਼ਾਵਾਂ ਹੁੰਦੀਆਂ ਵੀ ਆ, ਸੱਜਣ ਸਿੰਘ ਵਰਗੇ ਕਿੱਦਾਂ ਮਸਲਿਆਂ ਨੂੰ ਲਟਕਾਉਂਦੇ ਰਹੇ ਆ, ਕਿੱਦਾਂ ਇਹਨਾਂ ਦੇ ਕਾਂਗਰਸ ਦੇ ਹੋਰ ਆਗੂ, ਕਿੱਦਾਂ ਜੈਪੁਰ, ਜੋਧਪੁਰ ਤੇ ਨਾਭੇ ਦੀਆਂ ਜੇਲ੍ਹਾਂ ਦੇ ਵਿੱਚ ਜਵਾਨੀ ਰੋਲੀ ਗਈ। ਬਿਲਕੁਲ। ਬੁੱਢੇ ਕਰਕੇ ਉੱਥੋਂ ਕੱਢਿਆ, ਅਜੇ ਵੀ ਜਿਹੜੇ ਆ ਉਹ ਉੱਥੇ ਬੈਠੇ ਨੇ, ਠੀਕ ਹੈ। ਫਿਰ ਉਸ ਤੋਂ ਮਗਰੋਂ ਜਿਹੜਾ ਜੋ ਦੰਗੇ ਹੁੰਦੇ ਨੇ, ਜੋ ਸਾਰਾ ਵਰਤਾਰਾ ਆ, ਉਹ ਇੱਕ ਤਰ੍ਹਾਂ ਨਾਲ ਪੰਜਾਬੀਆਂ ਨੂੰ, ਖਾਸ ਕਰਕੇ ਸਿੱਖਾਂ ਨੂੰ ਸਬਕ ਸਿਖਾਉਣ ਵਾਲਾ। ਬਿਲਕੁਲ। ਜਿਹੜੇ ਸਿਆਸਤਦਾਨ ਆ ਉਹਨਾਂ ਦਾ ਕੋਈ ਧਰਮ ਨਹੀਂ, ਉਹ ਧਰਮ ਦੇ ਨਾਂ ਤੇ ਵੋਟਾਂ ਲੈਂਦੇ ਆ, ਜਾਤਾਂ ਦੇ ਨਾਂ ਤੇ ਵੋਟਾਂ ਲੈਂਦੇ ਆ, ਬਾਹੂਬਲ ਤੇ ਧਨ ਬਲ ਨਾਲ ਵੋਟਾਂ ਲੈਂਦੇ ਆ, ਮੁੜ ਕੇ 5 ਸਾਲ ਕੁੱਟਦੇ ਆ, ਫਿਰ ਉੱਤਰ ਕਾਟੋ ਮੈਂ ਚੜੇ ਹੁੰਦੇ ਆ। ਤੇ ਜਿਹੜੇ ਸਾਡੇ ਮਸਲੇ ਨੇ ਉਹ ਉੱਥੇ ਦੇ ਉੱਥੇ ਖੜੇ ਆ, ਚਾਹੇ ਉਹ ਪੰਜਾਬੀ ਬੋਲਦੇ ਇਲਾਕਿਆਂ ਦਾ ਹੋਵੇ, ਚਾਹੇ ਉਹ ਚੰਡੀਗੜ੍ਹ ਦਾ ਮਸਲਾ ਤੁਸੀਂ ਕਦੀ ਸੁਣਿਆ? ਬਿਲਕੁਲ। 5 ਸਾਲ ਇਸ ਸਰਕਾਰ ਨੂੰ ਵੀ ਹੋ ਗਏ ਆ, ਅਜੇ ਪੰਜਾਬੀ ਨਹੀਂ ਲਾਗੂ ਹੋ ਰਹੀ। ਪੰਜਾਬ ਦੇ ਪਿੰਡ ਉਜਾੜ ਕੇ 20-30 ਚੰਡੀਗੜ੍ਹ ਬਣਾਇਆ ਜਾਂਦਾ। ਬਿਲਕੁਲ। ਉੱਥੇ ਹਰਿਆਣੇ ਨੂੰ ਹੁਣ ਵਾੜਿਆ ਹੋਇਆ। ਔਰ ਬਹੁਤੀ ਜਿਹੜੀ ਅਫਸਰਸ਼ਾਹੀ ਉਹਦਾ ਅਨੁਪਾਤ ਵੀ ਜਿਹੜਾ ਪੰਜਾਬ ਤੇ ਹਰਿਆਣੇ ਦੇ ਵਿੱਚ ਜਿਹੜਾ ਅਫਸਰਸ਼ਾਹੀ ਦਾ ਅਨੁਪਾਤ ਹੁੰਦਾ ਉੱਥੇ, ਉਹ ਹਰਿਆਣੇ ਦੇ ਅਫਸਰ ਵੱਧ ਨੇ। ਸੋ ਐਜ਼ ਸੱਚ ਜੋ ਕੁਛ ਹੁਣ ਹਾਈ ਕੋਰਟ 'ਚ ਹੋਇਆ, ਜਾਂ ਜੋ ਕੁਛ ਗਾਂ ਆਉਣ ਦੀ ਉਮੀਦ ਕੀਤੀ ਜਾਂਦੀ ਆ, ਉਮੀਦ ਕੀ ਵੀ ਉਹ ਉਮੀਦ ਇਹ ਲੋਕਾਂ ਦੀ ਟੁੱਟ ਗਈ ਆ ਵੀ ਨਾ ਇਸ ਸਰਕਾਰ ਕੋਲ, ਨਾ ਇਹਨਾਂ ਅਦਾਲਤਾਂ ਕੋਲ ਪੰਜਾਬੀਆਂ ਲਈ ਕੋਈ ਇਨਸਾਫ ਮੈਨੂੰ ਲੱਗਦਾ ਹੈਗਾ। ਤੇ ਜੋ ਇਤਿਹਾਸ ਦੱਸਦਾ ਆ, ਜਿਸ ਹਿਸਾਬ ਨਾਲ 1984 ਤੋਂ ਬਾਅਦ ਜੋ ਕੁਝ ਹੋਇਆ ਜੀ, ਉਸ ਹਿਸਾਬ ਦੇ ਨਾਲ ਮੈਨੂੰ ਲੱਗਦਾ ਨਹੀਂ ਪਈ ਕੋਈ ਇਹਦੇ ਵਿੱਚ ਹੋਵੇਗਾ। ਕਿਉਂਕਿ ਜਿੱਦਾਂ ਹੁਣ ਕੈਪਟਨ ਸਾਹਿਬ ਕਹਿੰਦੇ ਆ ਵੀ ਅਸੀਂ ਸੁਪਰੀਮ ਕੋਰਟ ਜਾਵਾਂਗੇ ਜੀ, ਫਿਰ ਸੁਪਰੀਮ ਕੋਰਟ 'ਚ ਰੁਲਦਾ ਰਹੇਗਾ। ਪਹਿਲਾਂ ਕਿੰਨੇ ਕਮਿਸ਼ਨ ਬਣ ਗਏ, ਉਹਨਾਂ 'ਚੋਂ ਕੁਛ ਨਹੀਂ ਨਿਕਲਿਆ, ਸਿੱਟ 'ਚੋਂ ਕੁਛ ਨਹੀਂ ਨਿਕਲਿਆ, ਫਿਰ ਗਾਂ ਸੁਪਰੀਮ ਕੋਰਟ 'ਚੋਂ ਵੀ ਕੁਛ ਨਹੀਂ ਨਿਕਲਣਾ। ਜਿੱਥੇ ਹਜ਼ਾਰਾਂ ਨਹੀਂ, ਲੱਖਾਂ ਨਹੀਂ, ਕਰੋੜਾਂ ਕੇਸ ਜਿਹੜੇ ਦੇਸ਼ ਵਿੱਚ ਪੈਂਡਿੰਗ ਹੋਣ, ਸੁਪਰੀਮ ਕੋਰਟ ਵੀ ਮੈਂ ਮਾਫੀ ਮੰਗ ਕੇ ਕਹਿੰਦਾ ਹੈਗਾ ਭਈ ਜਿਨ੍ਹਾਂ ਮਸਲਿਆਂ ਵੱਲ ਤਵੱਜੋ ਦੇਣੀ ਹੁੰਦੀ ਆ ਉਹਨਾਂ ਵੱਲ ਉਨੀ ਨਹੀਂ ਦਿੱਤੀ ਜਾਂਦੀ।
ਪਰ ਜਿਹੜੇ ਮਸਲੇ ਬਹੁਤ ਜ਼ਰੂਰੀ ਹੁੰਦੇ ਆ ਉਹ ਲਟਕਾਤੇ ਜਾਂਦੇ ਆ, ਜਿਹੜੇ ਗੈਰ ਜ਼ਰੂਰੀ ਹੁੰਦੇ ਆ ਜਾਂ ਜਿਹੜੇ ਸਰਕਾਰਾਂ ਦੇ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਦੀ ਤਰਫਦਾਰੀ ਕਰਦੇ ਹੁੰਦੇ ਉਹ ਜਿਹੜੇ ਮਸਲੇ ਆ ਪਹਿਲਾਂ ਨਿਪਟਾਏ ਜਾਂਦੇ ਆ। ਰਾਮ ਮੰਦਿਰ ਦਾ ਆਪਣੇ ਸਾਹਮਣੇ ਆ, ਬਿਲਕੁਲ। ਹੁਣ ਉਹ ਬਨਾਰਸ ਵਾਲਾ ਮਸਲਾ ਉਹ ਤੁਸੀਂ ਦੇਖਿਓ, ਉਹ ਜਿਹੜਾ ਆ ਉਹਨੂੰ ਵੀ ਆਧਾਰ ਬਣਾਇਆ ਜਾਏਗਾ ਆਉਣ ਵਾਲੀਆਂ ਚੋਣਾਂ ਲਈ। ਲੋਕੀ ਇੱਕ ਗੱਲ ਹੋਰ ਕਹਿ ਰਹੇ ਆ ਜੀ, ਉਹ ਕਹਿੰਦੇ ਇਹ ਠੀਕ ਆ ਕੁੰਵਰ ਵਿਜੇ ਪ੍ਰਤਾਪ ਸਿੰਘ ਹੁਣਾਂ ਦੇ ਤੇ ਮਤਲਬ ਵਿਸ਼ਵਾਸ ਕੀਤਾ ਜਾ ਸਕਦਾ, ਹੋਰ ਕਿਸੇ ਦੇ ਅਸੀਂ ਵਿਸ਼ਵਾਸ ਨਹੀਂ ਕਰ ਸਕਦੇ ਜੀ, ਪਰ ਉਹ ਅੰਦਰ ਖਾਤੇ ਇਹ ਕਹਿ ਰਹੇ ਆ ਵੀ ਕੈਪਟਨ ਸਾਹਿਬ ਦੀ, ਕਿਉਂਕਿ ਸਾਰੇ ਦੁਨੀਆ ਇਹ ਕਹਿ ਰਹੀ ਆ ਵੀ ਅਕਾਲੀਆਂ ਨਾਲ ਭਿਆਲੀ ਹੈ ਜੀ, ਉਹ ਕਹਿੰਦੇ ਸਾਰਾ ਤਮਾਸ਼ਾ ਹੀ ਕੀਤਾ ਕੈਪਟਨ ਦੋਹਾਂ ਜਣਿਆਂ ਦਾ ਰਲ ਕੇ, ਹਨਾ। ਬੀਜੇਪੀ ਨਾਲ ਵੀ ਕੈਪਟਨ ਸਾਹਿਬ ਰਲੇ ਹੋਏ ਆ, ਉਧਰੋਂ ਅਕਾਲੀਆਂ ਨਾਲ ਹੋਏ ਆ, ਜੀ। ਪੰਜਾਬ ਨੂੰ ਇਹਨਾਂ ਨਾਲ ਕੋਈ ਲੈਣਾ ਦੇਣਾ ਜੀ। ਭਗਵੰਤ ਮਾਨ ਹੋਰੀ ਵੀ ਗੱਲ ਕਿਹਾ ਆਪ ਵਾਲਿਆਂ ਨੇ ਵੀ ਬਾਦਲ ਤੇ ਕੈਪਟਨ ਸਾਹਿਬ ਇਹ ਅੰਦਰ ਖਾਤੇ ਘਿਓ ਖਿਚੜੀ ਨੇ। ਇਸੇ ਤਰ੍ਹਾਂ ਕੈਪਟਨ ਸਾਹਿਬ ਜਿਹੜੇ ਆ ਕੇਂਦਰ ਦੀ ਸਰਕਾਰ ਨਾਲ ਘਿਓ ਖਿਚੜੀ ਆ। ਪੰਜਾਬ ਦੇ ਲੋਕ ਪੈਣ ਠੱਠੇ ਖੂਹ 'ਚ, ਗੁਰੂ ਗ੍ਰੰਥ ਸਾਹਿਬ ਦਾ ਮਸਲਾ ਪਵੇ ਵੱਟੇ ਖਾਤੇ ਦੇ ਵਿੱਚ। ਇਹਨਾਂ ਲੋਕਾਂ ਨੇ ਕੀ, ਕੈਪਟਨ ਸਾਹਿਬ ਤਾਂ ਖੁਦ ਇਸੇ ਗੁਰੂ ਗ੍ਰੰਥ ਸਾਹਿਬ ਦੇ ਗੁਟਕਾ ਸਾਹਿਬ ਫੜ ਕੇ, ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ ਨਾ ਗੁਟਕਾ ਸਾਹਿਬ ਦੇ ਵਿੱਚ, ਤੇ ਉਹ ਮੁੱਕਰ ਗਿਆ, ਕਹਿੰਦੇ ਮੈਂ ਤਾਂ ਇਦਾਂ ਕਿਹਾ ਹੀ ਨਹੀਂ, ਮੈਂ ਤਾਂ ਇਹਨੂੰ ਸੱਟ ਮਾਰਨ ਨੂੰ ਕਿਹਾ ਸੀ, ਇਹ ਮੂਲੋਂ ਹੀ ਜੜ੍ਹਾਂ ਅਖਾੜਨ ਲਈ ਨਹੀਂ ਸੀ ਕਿਹਾ। ਇਹਦਾ ਮਤਲਬ ਵੀ ਉਹ 5 ਸਾਲ ਜਿਹੜੇ ਆ ਉਹ ਤੁਸੀਂ ਅਜਾਈ ਗਵਾਏ ਆ। 5 ਸਾਲੀ ਆਣ ਕੇ ਹੁਣ ਨਿੱਕੇ ਮੋਟੇ ਰੋਜ਼ਗਾਰ ਦੇ ਦਿੱਤਾ, ਉਹ ਹੋ ਗਿਆ, ਆਹ ਹੋ ਗਿਆ। ਭਗਵੰਤ ਮਾਨ ਨੇ ਗੱਲ ਹੋਰ ਕਹੀ ਆ ਜੀ, ਕਹਿੰਦੇ ਮੁਖਤਾਰ ਅੰਸਾਰੀ ਇੱਕ ਗੈਂਗਸਟਰ ਆ, ਹਾਂ, ਉਹਨੂੰ ਪ੍ਰਾਹੁਣਾ ਬਣਾ ਕੇ ਰੱਖਦੀ ਆ ਸਰਕਾਰ, ਸਰਕਾਰ, ਬਣਾ ਕੇ ਰੱਖਿਆ, ਔਰ ਉਹਦੇ ਲਈ ਮਹਿੰਗੇ ਵਕੀਲ ਪੰਜਾਬ ਸਰਕਾਰ ਕਰਦੀ ਆ ਜੀ। ਫਿਰ ਕਹਿੰਦੇ ਦਿਨਕਰ ਗੁਪਤਾ ਲਈ ਜਦੋਂ ਕੇਸ ਹੁੰਦਾ, ਦਿਨਕਰ ਗੁਪਤਾ ਲਈ ਪੀਚ ਤੰਬਰ ਮਾਰ ਕੇ ਵਕੀਲ ਲੈ ਕੇ ਆਉਂਦੀ ਹੈ। ਬਿਲਕੁਲ। ਤੇ ਇਹਨਾਂ ਬਾਰੇ ਕਹਿੰਦੇ ਵਕੀਲ ਕਿੱਥੇ ਸੀ? ਜੀ, ਕੋਈ ਚੱਜ ਦਾ ਵਕੀਲ ਨਹੀਂ ਲੈ ਕੇ ਆਏ, ਕੋਈ ਕੁਛ ਨਹੀਂ। ਉਹ ਸਰਕਾਰ ਦੀ ਮਨਸ਼ਾ ਹੀ ਨਹੀਂ ਕਿਸੇ ਇਸ ਮਸਲੇ ਨੂੰ ਕਿਸੇ ਸਿਰੇ ਲਾਉਣਾ। ਤੇ ਮੁਖਤਾਰ ਅੰਸਾਰੀ ਦੇ ਘਰ ਇੱਕ ਕੈਬਨਿਟ ਰੈਂਕ ਦਾ ਮੰਤਰੀ ਜਾ ਕੇ ਕਹਿੰਦਾ ਵੀ ਤੁਹਾਨੂੰ ਕੋਈ ਪਰਵਾਹ ਨਹੀਂ ਕਰਨੀ ਚਾਹੀਦੀ। ਇਹਨਾਂ ਨੇ ਉਸ ਗੈਂਗਸਟਰ ਤੋਂ ਕੀ ਲੈਣਾ? ਗੈਂਗਸਟਰ ਤੋਂ ਸਿਆਸਤਦਾਨ ਬਣਦਾ। ਉੱਤੇ ਮਤਲਬ ਦਰਜਨਾ ਕੇਸ ਆ ਜਿਹੜੇ ਕੋਈ ਫਰੌਤੀ ਦਾ, ਕਤਲ ਦਾ, ਅਗਵਾਹ ਦਾ ਦਰਜ ਹੋਣ, ਤੇ ਉਹਦੀ ਪ੍ਰਾਹੁਣਚਾਰੀ ਪੰਜਾਬ ਸਰਕਾਰ ਕਰਦੀ ਹੋਵੇ, 2 ਸਾਲ ਇੱਥੇ ਰੱਖ ਕੇ ਉਹਦਾ ਚਲਾਨ ਨਾ ਪੇਸ਼ ਕਰਦੀ ਹੋਵੇ, ਉਹਦਾ ਵੌਇਸ ਜਿਹੜਾ ਮਤਲਬ ਦਾ ਨਮੂਨਾ ਆ ਉਹ ਅਟਕਾ ਕੇ ਰੱਖਦੀ ਹੋਵੇ। ਜਦੋਂ ਮੋਰਚਾ ਲੱਗਾ ਜੀ, ਉਦੋਂ ਕੈਪਟਨ ਸਰਕਾਰ ਨੇ ਆਪਣੇ 2 ਮੰਤਰੀ ਭੇਜੇ ਸੀ ਜੀ, ਧਿਆਨ ਸਿੰਘ ਮੰਡ ਹੋਣਾ ਕੋਲ, ਜੇ ਤੁਹਾਨੂੰ ਯਾਦ ਬਿਲਕੁਲ ਬਿਲਕੁਲ, ਐਮਪੀ ਸੀ ਜਿਹੜੇ। ਹਾਂ, ਧਿਆਨ ਸਿੰਘ ਮੰਡ ਹੋਣਾ ਨਾਲ ਉਹ ਕੀ ਪ੍ਰੋਮਿਸ ਕਰਕੇ ਆਏ? ਮੇਰੇ ਖਿਆਲ ਨਾਲ ਸਰਦਾਰ ਧਿਆਨ ਸਿੰਘ ਮੰਡ ਜਿਹੜੇ ਮਤਵਾਜੀ ਜਥੇਦਾਰ ਨੇ ਅਕਾਲ ਤਖਤ ਸਾਹਿਬ ਦੇ, ਜੀ, ਉਹਨਾਂ ਨੂੰ ਵੀ ਸਾਹਮਣੇ ਆ ਕੇ ਇਹ ਗੱਲ ਹੁਣ ਕੌਮ ਨੂੰ ਸਪਸ਼ਟ ਕਰ ਦੇਣੀ ਚਾਹੀਦੀ ਹੈ ਵੀ ਉਦੋਂ ਤੁਹਾਡੀ ਕੈਪਟਨ ਸਾਹਿਬ ਨਾਲ ਕੀ ਗੱਲਬਾਤ ਹੋਈ ਹੈ। ਹਾਲਾਂਕਿ ਉਦੋਂ ਜਿਹੜੇ ਜਥੇਦਾਰ ਦਾਦੂਵਾਲ ਸੀਗੇ ਉਹ ਉਹਨਾਂ ਦੇ ਅਗੇਂਸਟ ਵੀ ਹੋਏ ਸੀ, ਗੁਰਮੀਤ ਸਿੰਘ ਦਾਦੂਵਾਲ ਹੋਰੀ, ਹਾਂਜੀ, ਉਹਨਾਂ ਦੇ ਆਪਸ ਦੇ ਵਿੱਚ ਥੋੜਾ ਜਿਹਾ ਤਲਖ ਕਲਾਮੀ, ਹਾਂਜੀ, ਤਲਖ ਕਲਾਮੀ ਹੋਈ ਸੀ ਵੀ ਇਦਾਂ ਅਸੀਂ ਮੋਰਚਾ ਖਤਮ ਨਹੀਂ ਕਰਨਾ ਜਦ ਤੱਕ ਜਿਹੜੇ ਬੰਦੇ ਜਿਨ੍ਹਾਂ ਨੇ ਗੋਲੀ ਚਲਵਾਈ ਆ ਉਹ ਫੜੇ ਨਹੀਂ ਜਾਂਦੇ, ਉਦੋਂ ਤੱਕ ਅਸੀਂ ਮੋਰਚਾ ਖਤਮ ਨਹੀਂ ਕਰਨਾ। ਕੀ ਇਹ ਸਾਰੀਆਂ ਚੀਜ਼ਾਂ ਹੁਣ ਸਪਸ਼ਟ ਨਹੀਂ ਕਰ ਦੇਣੀਆਂ ਚਾਹੀਦੀਆਂ? ਜੇ ਉਧਰੋਂ ਉਹ ਆ ਜਾਣ, ਇੱਧਰੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਹੁਣਾਂ ਦੇ ਮੈਂ ਪਹਿਲਾਂ ਵੀ ਕਿਹਾ ਸੀਗਾ, ਕਿਉਂਕਿ ਇਹਨਾਂ ਅਦਾਲਤਾਂ ਤੋਂ ਮੈਨੂੰ ਲੱਗਦਾ ਨਹੀਂ ਆਪਾਂ ਨੂੰ ਆਸ ਰੱਖਣੀ ਚਾਹੀਦੀ, ਕਿਉਂਕਿ ਹਾਲੇ ਟਾਈਮ ਲੱਗੂਗਾ, ਔਰ ਜਦ ਤੱਕ ਲੋਕੀ ਭੁੱਲ ਭੁਲਾ ਜਾਣਗੇ ਤੇ ਕੀ ਉਹਨਾਂ ਨੂੰ ਨਹੀਂ ਸਾਹਮਣੇ ਆਉਣਾ ਚਾਹੀਦਾ ਵੀ ਹੁਣ ਦੱਸਣ ਦੇ ਸਹੀ ਘੱਟੋ ਘੱਟ? ਦੇਖੋ, ਉਹਨਾਂ ਦੀ ਇਹ ਨੈਤਿਕ ਜ਼ਿੰਮੇਵਾਰੀ ਤਾਂ ਬਣਦੀ ਆ, ਜੇ ਉਹ ਸੱਚੇ ਸਿੱਖ ਨੇ ਤਾਂ ਧਿਆਨ ਸਿੰਘ ਮੰਡ ਹੋਰਾਂ ਨੂੰ ਸਾਹਮਣੇ ਆਣ ਕੇ ਗੱਲ ਜਿਹੜੀ ਆ ਉਹ ਸਪਸ਼ਟ ਕਰਨੀ ਚਾਹੀਦੀ ਆ। ਦੂਸਰਾ, ਮੈਨੂੰ ਲੱਗਦਾ ਵੀ ਚਾਹੇ ਉਹ ਅਕਾਲੀ ਭਾਜਪਾ ਸਰਕਾਰ ਸੀ, ਚਾਹੇ ਇਹ ਕਾਂਗਰਸ ਵਾਲੇ ਆ, ਪਹਿਲੀ ਗੱਲ ਤਾਂ ਦਿਨਕਰ ਗੁਪਤਾ ਨੂੰ ਡੀਜੀਪੀ ਬਣਾਇਆ ਜਾਂਦਾ, ਠੀਕ ਹੈ, ਤੇ ਕਿੰਨਿਆਂ ਦਾ ਜਿਹੜਾ ਆ ਸੀਨੀਅਰਟੀ ਅਨਡਿਟ ਕਰਕੇ। ਬਿਲਕੁਲ। ਇਸੇ ਤਰ੍ਹਾਂ ਸਮੇਤ ਸੈਣੀ, ਜਿਹਨੂੰ ਪੰਜਾਬ ਦੇ ਨੌਜਵਾਨਾਂ ਦਾ ਕਾਤਲ ਕਿਹਾ ਜਾਂਦਾ, ਉਹਨੂੰ ਡੀਜੀਪੀ ਬਣਾਉਂਦੇ ਨੇ ਸਾਡੇ ਬਾਦਲ ਸਾਹਿਬ, ਫਿਰ ਉਹਦੀ ਪੁਸ਼ਤਪਨਾਹੀ ਕਰਦੇ ਆ। ਇਸੇ ਤਰ੍ਹਾਂ ਹੁਣ ਦਿਨਕਰ ਗੁਪਤਾ ਦੀ ਪੁਸ਼ਤਪਨਾਹੀ ਕੈਪਟਨ ਸਾਹਿਬ ਕਰ ਰਹੇ ਨੇ। ਜੀ ਜੀ। ਭਈ ਕਿੱਥੇ ਦਾ ਪਰਮਰਾਜ ਸਿੰਘ ਉਮਰਾਨਗਲ ਵਰਗੇ ਅਫਸਰ ਜਿਹੜੇ ਆਪਣੇ ਪਿਓ ਦਾਦੇ ਦੇ ਮਰਨ ਤੇ ਉਹਨਾਂ ਨੂੰ ਮਤਲਬ ਖੈਰਾਤ ਵਜੋਂ ਜਾਂ ਕਹਿ ਲਓ ਭਈ ਸਰਕਾਰ ਇਨਾਮ ਵਜੋਂ ਇੱਕ ਨੌਕਰੀ ਦੇ ਰਹੀ ਆ, ਠੀਕ ਹੈ। ਕਿੱਥੇ ਕੁੰਵਰ ਵਿਜੇ ਪ੍ਰਤਾਪ ਸਿੰਘ ਵਰਗੇ ਪੜ੍ਹੇ ਲਿਖੇ ਅਫਸਰ ਨੇ। ਮੈਂ ਪੰਜਾਬ 'ਚ ਕੁਝ ਇਹੋ ਜਿਹੇ ਅਫਸਰਾਂ ਨੂੰ ਜਾਣਦਾ ਜਿਹੜੇ ਰੋਟੀ ਵੀ ਆਪਣੀ ਘਰੋਂ ਲੈ ਕੇ ਆਉਂਦੇ ਆ, ਚਾਹ ਦਾ ਕੱਪ ਦਫ਼ਤਰ ਦਾ ਨਹੀਂ ਪੀਂਦੇ, ਇੰਨੇ ਇਮਾਨਦਾਰ ਵੀ ਹੈਗੇ ਆ। ਸੋ ਉਹਨਾਂ ਲੋਕਾਂ ਨੂੰ, ਇਹਨਾਂ ਸਾਰੇ ਲੋਕਾਂ ਨੂੰ, ਚਾਹੇ ਉਹ ਪਰਮਰਾਜ ਉਮਰਾਨੰਗਲ ਆ, ਚਾਹੇ ਉਹ ਸਮੇਤ ਸਿੰਘ ਸੈਣੀ ਹੋਰੀ ਆ, ਚਾਹੇ ਚਰਨਜੀਤ ਸ਼ਰਮਾ ਵਰਗੇ ਜਿਹੜੇ ਨਕਲੀ ਸਿੱਖ ਬਣੇ ਹੋਏ ਆ, ਪੱਗ ਬੰਨ੍ਹਦੇ ਆ, ਬ੍ਰਾਹਮਣ ਫੈਮਿਲੀ 'ਚੋਂ ਨੇ,
ਤੇ ਉਹ ਇਹ ਸਾਰੇ ਲੋਕਾਂ ਦੀ ਪੁਸ਼ਤ ਪਨਾਹੀ ਜਿੱਦਾਂ ਅਕਾਲੀ ਭਾਜਪਾ ਕਰ ਰਹੇ ਸੀ ਉਦਾਂ ਹੀ ਹੁਣ ਕੈਪਟਨ ਸਾਹਿਬ ਕਰ ਰਹੇ ਆ। ਬਸ ਇਹ ਉੱਪਰੋਂ ਲੋਕਾਂ ਨੂੰ ਲੱਗਦਾ ਪਈ ਉਹ ਅੰਦਰ ਨੇ ਜਾਂ ਉਹ ਉਹਨਾਂ ਨੂੰ ਦੱਬੀ ਫਿਰਦੀ ਆ ਪੁਲਿਸ। ਇਹ ਸਾਰੇ ਲੋਕ ਇਸ ਹਮਾਮ 'ਚ ਨੰਗੇ ਆ ਤੇਜਪਾਲ ਜੀ, ਔਰ ਕੋਈ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦਾ ਕਿਉਂਕਿ ਸਾਰਿਆਂ ਦੇ ਭੇਦ ਇੱਕ ਦੂਜੇ ਕੋਲ ਪਏ ਹੈਗੇ। ਸੋ ਇਸ ਕਰਕੇ ਇਹ ਲੋਕ ਜਿਹੜਾ ਆ ਧਰਮ ਨੂੰ ਸਿਰਫ ਸਿਆਸਤ ਲਈ ਵਰਤਦੇ ਨੇ, ਬਾਕੀ ਧਰਮ ਨਾਲ ਇਹਨਾਂ ਦਾ ਕੋਈ ਸਰੋਕਾਰ ਨਹੀਂ। ਔਰ ਤੁਸੀਂ ਇਹ ਦੇਖ ਲਿਓ ਵੀ ਆਉਣ ਵਾਲੇ 10 ਸਾਲ ਵੀ ਕਿਸੇ ਨੂੰ ਕੋਈ ਸਜ਼ਾ ਨਹੀਂ ਹੋਣੀ, ਕਿਤੇ ਕਿਸੇ ਬੰਨੇ ਕੰਢੇ ਇਹ ਕੇਸ ਨਹੀਂ ਲੱਗਣਾ। ਸਤੀ ਸਾਹਿਬ, ਕਿਤੇ ਇਦਾਂ ਤਾਂ ਨਹੀਂ ਵੀ ਇਹ ਸਾਰੇ ਆਪਸ ਦੇ ਵਿੱਚ ਰਲ ਕੇ ਹਾਂਜੀ ਪੰਜਾਬ ਦੇ ਵਿੱਚ ਫਿਰ ਤੋਂ ਇੱਕ ਇਹੋ ਜਿਹਾ ਮਸਲਾ ਉਭਾਰਨਾ ਚਾਹੁੰਦੇ ਹੋਣ ਜਿਹਦੇ ਨਾਲ ਇਹ ਸਾਰੇ ਮਸਲੇ ਖਤਮ ਹੋ ਜਾਣ? ਬਿਲਕੁਲ, ਕੋਈ ਮਤਲਬ ਇੱਕ ਵੱਡਾ ਮਸਲਾ ਖੜਾ ਕਰ ਦੋ ਜੋ 1984 ਤੋਂ ਬਾਅਦ ਹੋਇਆ, 84 ਤੋਂ ਬਾਅਦ ਲੋਕਾਂ ਦਾ ਧਿਆਨ ਖਿੰਡ-ਪੁੰਡ ਜਾਊਗਾ। ਲੋਕ ਬੇਅਦਬੀ ਕਾਂਡ ਜਿਹੜੇ ਉਹ ਭੁੱਲ ਜਾਣਗੇ, ਉਹ ਬਰਗਾੜੀ ਕਾਂਡ ਵੀ ਭੁੱਲ ਜਾਣਗੇ, ਬਹਿਬਲ ਕਲਾਂ ਗੋਲੀ ਕਾਂਡ ਵੀ ਭੁੱਲ ਜਾਣਗੇ। ਠੀਕ ਹੈ, ਸੋ ਲੋਕਾਂ ਦਾ ਧਿਆਨ ਖੰਡਾਉਣ ਲਈ, ਪਾਸੇ ਹਟਾਉਣ ਲਈ ਸਰਕਾਰਾਂ ਇਹ ਕੁਛ ਕਰਦੀਆਂ ਨੇ। ਠੀਕ ਹੈ, ਸੋ ਇਹ ਕੋਈ ਵੱਡੀ ਗੱਲ ਨਹੀਂ ਪਈ। ਕੱਲ੍ਹ ਨੂੰ ਇੱਕ ਹੋਰ ਮਸਲਾ ਉੱਠ ਕੇ ਖੜਾ ਹੋ ਜਾਂਦਾ ਪੰਜਾਬ ਦੇ ਵਿੱਚ। ਪਿੱਛੇ ਤੁਸੀਂ ਦੇਖੋ ਹੁਣ ਚੋਣਾਂ ਬਿਲਕੁਲ ਸਿਰ 'ਤੇ ਨੇ। ਆਪ ਨੂੰ ਹਰਾਉਣ ਲਈ, ਮੈਂ ਨਹੀਂ ਕਹਿੰਦਾ ਵੀ ਆਪ ਵਾਲੇ ਬਹੁਤ ਦੁੱਧ ਧੋਤੇ ਆ ਜਾਂ ਉਹ ਬਹੁਤ ਚੰਗਾ ਕੰਮ ਕਰ ਰਹੇ ਆ, ਪਰ ਲੋਕਾਂ ਕੋਲ ਇੱਕ ਬਦਲ ਜਿਹਾ ਲੋਕਾਂ ਨੂੰ ਲੱਗਾ ਸੀ। ਉਹ ਬਦਲ ਜਿਹੜਾ ਇਹਨਾਂ ਲੋਕਾਂ ਨੇ ਉਹ ਆਉਣ ਨਹੀਂ ਦਿੱਤਾ। ਕਾਂਗਰਸ, ਭਾਜਪਾ ਤੇ ਅਕਾਲੀਆਂ ਨੇ ਵੀ ਆਪਣੀ ਤਾਂ ਤੁਸੀਂ ਰੱਖੋ ਵੀ ਉੱਤਰ ਕਾਠੋਂ ਮੈਂ ਚੜ੍ਹਿਆਂ ਵਾਲੀ ਖੇਡ ਜਿਹੜੀ ਜਾਰੀ, ਤੇ ਘੱਟੋ ਘੱਟ ਆਪ ਨਾ ਆਵੇ, ਹੈ ਨਾ, ਤਾਂ ਕਿ ਲੋਕਾਂ ਨੂੰ ਕੋਈ ਤੀਸਰਾ ਬਦਲ ਨਾ ਮਿਲੇ। ਬਥੇਰਾ ਕਾਂਗਰਸ ਨੇ ਪੰਜਾਬ ਦਾ ਭੱਠਾ ਬਹਾਇਆ, ਬਥੇਰਾ ਅਕਾਲੀਆਂ ਨੇ ਭਾਜਪਾ ਨਾਲ ਰਲ ਕੇ ਬਹਾਇਆ। ਸੋ ਹੁਣ ਘੱਟੋ ਘੱਟ ਪੰਜਾਬ ਦੇ ਲੋਕਾਂ ਤੇ, ਪੰਜਾਬ ਦੀ ਨੌਜਵਾਨੀ ਤੇ, ਹਰ ਤੀਜਾ ਬੱਚਾ ਤੁਸੀਂ ਦੇਖੋ ਕੈਨੇਡਾ ਨੂੰ ਭੱਜ ਰਿਹਾ, ਹਰ ਤੀਸਰਾ ਬੱਚਾ ਅਮਰੀਕਾ ਇੱਧਰਲੇ ਬੰਨੇ ਆਸਟ੍ਰੇਲੀਆ, ਨਿਊਜ਼ੀਲੈਂਡ ਨੂੰ ਭੱਜ ਰਿਹਾ ਪੜ੍ਹਨ ਦੇ ਭੱਜ। ਠੀਕ ਆ, ਕੋਈ ਰਹਿੰਦੇ ਵਿਚਾਰੇ ਜਿਨ੍ਹਾਂ ਤੋਂ ਨਹੀਂ, ਉਹ ਛੋਟੇ ਮੋਟੇ ਦੇਸ਼ਾਂ 'ਚ, ਕੋਈ ਸਾਈਪ੍ਰਸ ਜਾ ਕੇ ਧੱਕੇ ਖਾ ਰਿਹਾ, ਕੋਈ ਇੰਗਲੈਂਡ। ਨਿਰਾਸਤਾ ਦੇਖੋ, ਕੋਈ ਨੌਕਰੀ ਨਹੀਂ। ਤੁਸੀਂ ਬੇਰੁਜ਼ਗਾਰਾਂ ਦੀ ਗੱਲ ਕਰ ਲਓ। 2 ਹਫ਼ਤੇ ਹੋ ਗਏ ਮਹਿਲਾਂ ਦੇ ਲਾਗੇ ਹੀ ਸੁੱਖ ਨਾਲ ਪਟਿਆਲੇ BSNL ਦੇ ਟਾਵਰ ਤੇ 2 ਬੇਰੁਜ਼ਗਾਰ ਚੜੇ ਹੋਏ ਆ। ਬਿਲਕੁਲ, ਉਹ ਰਾਜੇ ਦਾ ਸ਼ਹਿਰ ਹੋਵੇ, ਕੈਪਟਨ ਦਾ, ਮੁੱਖ ਮੰਤਰੀ ਸਾਡੇ ਦਾ ਸ਼ਹਿਰ ਹੋਵੇ, ਤੇ ਵਿਦਿਆਰਥੀ ਜਿਹੜੇ 2 ਬੇਰੁਜ਼ਗਾਰ ਆ ਉਹ ਟਾਵਰ ਤੇ ਬੈਠੇ ਹੋਣ। ਬਿਮਾਰ ਵੀ ਉਹਨਾਂ 'ਚੋਂ ਇੱਕ ਹੋਇਆ ਪਿੱਛੇ ਮੀਂਹ ਹਨੇਰੀ ਦੇ ਵਿੱਚ, ਉਹ ਇੱਕ ਜਣੇ ਦੀ ਤਬੀਅਤ ਬਹੁਤ ਜ਼ਿਆਦਾ ਢਿੱਲੀ ਹੋ ਗਈ ਸੀ, ਤੇ ਸਰਕਾਰ ਨੂੰ ਕੋਈ ਫਿਕਰੇ ਨਹੀਂ। ਕੱਲ੍ਹ ਦੀ ਹਾਲੇ ਗੱਲ ਦੇਖ ਲਓ ਪਈ, ਬੇਰੁਜ਼ਗਾਰ ETT ਟੈਟ ਪਾਸ ਜਿਹੜੇ ਅਧਿਆਪਕ ਨੇ, ਉਹ 2 ਗਰੁੱਪਾਂ ਵੱਲੋਂ ਮਹਿਲਾਂ ਦਾ ਘਰਾਓ ਸੀਗਾ, ਔਰ ਪੁਲਿਸ ਨੇ ਪੂਰੀ ਉੱਥੇ ਮਤਲਬ ਪ੍ਰਬੰਧ ਕੀਤੇ ਹੋਏ ਸੀ ਵੀ ਲਾਗੇ ਨਹੀਂ ਫਟਕਣ ਦੇਣੇ ਮਹਿਲਾਂ ਦੇ। ਉਧਰੋਂ ਸੰਗਰੂਰ ਪਟਿਆਲਾ ਰੋਡ ਤੇ ਭਾਖੜਾ ਨਹਿਰ ਦੇ ਪੁਲ ਤੇ ਇਕੱਠੇ ਹੋ ਜਾਂਦੇ ਆ ਜੀ। ਉਹ 2 ਬੇਰੁਜ਼ਗਾਰ ਨਹਿਰ 'ਚ ਛਾਲ ਮਾਰਦੇ ਆ ਪੁਲਿਸ ਦੇ ਡਰੋਂ। ਠੀਕ ਆ, 8 ਮਤਲਬ ਜਿਹੜੀਆਂ ਔਰਤ ਆਗੂਆਂ ਨੇ, ਉਹਨਾਂ ਦੀਆਂ ਅਧਿਆਪਕਾਵਾਂ ਨੇ, ਉਹਨਾਂ ਸਮੇਤ ਲੀਡਰਾਂ ਨੂੰ ਫੜ ਲਿਆ ਜਾਂਦਾ, ਫਿਰ ਧਰਨਾ ਲੱਗਦਾ, ਦੇਰ ਸ਼ਾਮ ਰਿਹਾ ਕਰ ਦਿੱਤੇ ਜਾਂਦੇ ਆ। ਇਸ ਤੋਂ ਵੱਡੀ ਸ਼ਰਮ ਵਾਲੀ ਗੱਲ ਸਾਡੀ ਸਰਕਾਰ ਲਈ ਹੋਰ ਕੀ ਹੋ ਸਕਦੀ ਆ ਭਈ 2 ਬੇਰੁਜ਼ਗਾਰ 2 ਹਫ਼ਤਿਆਂ ਤੋਂ ਉੱਤੇ ਟੈਂਕੀ ਤੇ ਚੜੇ ਬੈਠੇ ਹੋਣ ਮੁੱਖ ਮੰਤਰੀ ਦੇ ਸ਼ਹਿਰ ਵਿੱਚ, 2 ਬੇਰੁਜ਼ਗਾਰ ਭਾਖੜਾ ਨਹਿਰ 'ਚ ਛਾਲ ਮਾਰਨ। ਔਰ ਹਾਲਾਂਕਿ ਉਹਨਾਂ ਦਾ ਬਚਾਅ ਹੋ ਗਿਆ ਕਿਉਂਕਿ ਪੁਲਿਸ ਨੇ ਗੋਤਾਖੋਰਾਂ ਦਾ ਪ੍ਰਬੰਧ ਕੀਤਾ ਹੋਇਆ ਸੀ, ਉਹ ਰੁੜ ਗਏ ਸੀ ਨਹੀਂ ਤਾਂ। ਤੇ ਉਹਨਾਂ 'ਚੋਂ ਇੱਕ ਦੀ ਤਬੀਅਤ ਖਰਾਬ ਆ, ਨਾਲ ਦੀ ਨਾਲ ਹੋਰ ਦੇਖੋ ਵੀ ਉਹਨਾਂ ਨੇ ਸਰਕਾਰੀ ਮਤਲਬ ਹਸਪਤਾਲ ਦੇ ਵਿੱਚ ਇਲਾਜ ਕਰਵਾਉਣ ਤੋਂ ਵੀ ਇਨਕਾਰ ਕੀਤਾ ਵੀ ਅਸੀਂ ਪ੍ਰਾਈਵੇਟ ਆਪਣਾ ਇਲਾਜ ਕਰਾਉਣਾ। ਸੋ ਜਦੋਂ ਸੂਬੇ ਦੀ ਇਹ ਸਥਿਤੀ ਹੋਵੇ ਤੇਜਪਾਲ ਜੀ, ਤਾਂ ਇਹ ਤੋਂ ਵੱਧ ਹੋਰ ਤਰਸਯੋਗ ਹਾਲਤ ਕੀ ਹੋ ਸਕਦੀ ਹੈ? ਸਮਾਂ ਹੋ ਰਿਹਾ ਇੱਕ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਦੁਨੀਆ ਨੂੰ ਜਾਣੋ ਪੰਜਾਬ ਮੇਲ USA ਚੈਨਲ ਦੇ ਨਾਲ। ਸੰਸਾਰ ਭਰ ਦੀਆਂ ਖਬਰਾਂ ਜਾਣਨ ਲਈ, ਖਬਰਾਂ ਦੀ ਡੂੰਘਾਈ ਤੱਕ ਪਹੁੰਚਣ ਲਈ ਰੋਜ਼ ਵੇਖੋ ਪੰਜਾਬ ਮੇਲ ਅਖਬਾਰਨਾਮਾ। ਸਿਰਫ ਪੰਜਾਬ ਮੇਲ USA ਚੈਨਲ। ਪੰਜਾਬ ਮੇਲ TV USA ਦੇਖ ਰਹੇ ਸਾਰੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ। ਸਰਦਾਰ ਨਰਿੰਦਰ ਸਿੰਘ ਸੱਤੀ ਹੁਣੀ ਸਾਡੇ ਨਾਲ ਬਣੇ ਹੋਏ ਆ। ਵੱਧਦੇ ਹਾਂ ਅਗਲੀ ਗੱਲ ਵੱਲ। ਸੱਤੀ ਸਾਹਿਬ, ਦੇਸ਼ 'ਚ ਜੋ ਹੋ ਰਿਹਾ ਆਪਾਂ ਸਾਰੇ ਹੀ ਜਾਣਦੇ ਹਾਂ। ਵੈਸਟ ਬੰਗਾਲ ਦੇ ਵਿੱਚ CISF ਜਿਹੜੀ ਇਹਨਾਂ ਦੀ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਹੈ, ਉਹ ਇਹਨੀ ਇਲੈਕਸ਼ਨ 'ਚ ਲਾਈ ਹੋਆ ਜੀ, ਤੇ 4 ਬੰਦਿਆਂ ਦੇ ਸਿੱਧੀਆਂ ਸਿਰ 'ਚ ਗੋਲੀਆਂ ਮਾਰ ਦਿੰਦੀ ਆ ਉਹ ਜੀ।
ਇਹ ਕਿੱਦਾਂ ਹੋ ਗਿਆ? ਪਹਿਲੀ ਗੱਲ ਤਾਂ ਬੰਗਾਲ ਕੋਈ ਏਡਾ ਵੱਡਾ ਸੂਬਾ ਨਹੀਂ ਵੀ ਉਹ ਰੂਸ ਹੈ ਜਿੱਥੇ 8 ਪੜਾਵਾਂ ਦੇ ਵਿੱਚ ਵੋਟਾਂ ਪੈਣੀਆਂ ਨੇ। ਫਿਰ ਜੰਮੂ ਕਸ਼ਮੀਰ 'ਚ ਜਾਂ ਲੇਹ ਲਦਾਖ 'ਚ ਹੁੰਦਾ ਵੀ ਚਲੋ ਉਧਰ ਬਰਫ਼ ਪੈ ਰਹੀ ਆ, ਉੱਥੇ ਥੋੜ੍ਹਾ ਅਟਕ ਕੇ ਮਹੀਨਾ 10 ਦਿਨ ਅੱਗੇ ਪਿੱਛੇ ਕਰ ਲਓ। ਪਹਿਲੀ ਗੱਲ ਤਾਂ ਉਹ ਜਿਹੜਾ 8 ਪੜਾਵਾਂ 'ਚ ਚੋਣ ਹੋ ਰਹੀ ਆ ਉਹੀ ਇੱਕ ਜਿਹੜਾ ਆ ਉਹ ਸੋਚਣ ਵਿਚਾਰਨ ਵਾਲੀ ਗੱਲ ਹੈਗੀ ਆ। ਹਾਸੋਹੀਣੀ ਗੱਲ ਆ ਇਲੈਕਸ਼ਨ ਹਾਸੋਹੀਣੀ। ਕਮਿਸ਼ਨ ਆਫ ਇੰਡੀਆ ਲਈ। ਠੀਕ ਹੈ। ਦੂਸਰਾ, ਪਹਿਲੇ ਦਿਨ ਤੋਂ ਸੂਬੇ ਦੀ ਚੁਣੀ ਹੋਈ ਮੁੱਖ ਮੰਤਰੀ ਜਿਹੜੀ ਆ ਉਹ ਰੌਲਾ ਪਾ ਰਹੀ ਆ ਵੀ ਜਿਹੜੀਆਂ ਜਿਹੜੇ ਪੈਰਾਮਿਲਟਰੀ ਫੋਰਸਿਸ ਆ ਉਹ ਗ੍ਰਹਿ ਮੰਤਰੀ ਦੇ ਇਸ਼ਾਰੇ ਤੇ ਸੂਬੇ ਵਿੱਚ ਇੱਕ ਧਿਰ ਤੇ ਜ਼ੁਲਮ ਕਰ ਰਹੀਆਂ। ਉਹਦੀ ਕੋਈ ਸੁਣਵਾਈ ਨਹੀਂ। ਇੱਕ ਚੁਣੀ ਹੋਈ ਮੁੱਖ ਮੰਤਰੀ ਹੋਵੇ ਜਿਹੜੀ ਇੱਕ ਤੋਂ ਵੱਧ ਵਾਰ ਮੁੱਖ ਮੰਤਰੀ ਬਣਦੀ ਆ ਸੂਬੇ ਦੀ, ਉਹਦੀ ਗੱਲ ਹੀ ਨਾ ਗੋਲੇ। ਇੱਕ ਬੰਨੇ ਇਲੈਕਸ਼ਨ ਕਮਿਸ਼ਨ ਜਿਹੜਾ ਉਹ ਸਖਤ ਚੋਣ ਜ਼ਾਬਤੇ ਲਾਗੂ ਕਰ ਰਿਹਾ, ਇੱਕ ਬੰਨੇ ਵੱਡੇ ਲੀਡਰਾਂ ਦੇ ਰੋਡ ਸ਼ੋਅ ਕਰਵਾ ਰਿਹਾ, ਉਹਨਾਂ ਤੇ ਕੋਈ ਪਾਬੰਦੀ ਨਹੀਂ, ਉੱਥੇ ਕਰੋਨਾ ਵੀ ਨਹੀਂ ਆਉਂਦੀ। ਠੀਕ ਹੈ। ਹੁਣ ਕੂਚ ਬਿਹਾਰ ਜ਼ਿਲ੍ਹੇ ਦੇ ਵਿੱਚ 4 ਬੰਦਿਆਂ ਦੇ ਸਿੱਧੀਆਂ ਸਿਰ 'ਚ ਗੋਲੀਆਂ ਮਾਰਦੀ ਸੀ ਇਹ ਆਪਾਂ ਕਹਿੰਦੀ ਕੀ ਆ ਵੀ ਅਸੀਂ ਜੀ ਸੈਲਫ ਡਿਫੈਂਸ ਵਿੱਚ ਗੋਲੀ ਚਲਾਈ। ਇਹ ਇੱਕ ਨਿਯਮ ਆ ਵੀ ਸੈਲਫ ਡਿਫੈਂਸ ਵਿੱਚ ਵੀ ਤੁਸੀਂ ਗੋਲੀ ਚਲਾਉਂਦੇ ਆ ਤਾਂ ਪਹਿਲਾਂ ਪੈਰਾਂ ਵਾਲੇ ਪਾਸੇ ਲੱਤਾਂ ਵਾਲੇ ਪਾਸੇ ਗੋਲੀਆਂ ਮਾਰੋ, ਸਿਰ 'ਚ ਨਹੀਂ ਗੋਲੀ ਮਾਰੀ ਜਾਂਦੀ। ਬਿਲਕੁਲ ਠੀਕ ਹੈ। ਔਰ ਮਮਤਾ ਬੈਨਰਜੀ ਨੇ ਕਿਹਾ ਵੀ ਜਿਹੜੀ ਇਹ ਕੇਂਦਰ ਜਿਹੜਾ ਸਰਕਾਰ ਜਿਹੜੀ CIFS ਆ ਜਾਂ ਆਪਣੇ CRP ਆ, ਇਹ ਸਾਰੀਆਂ ਗ੍ਰਹਿ ਮੰਤਰੀ ਦੇ ਅਧੀਨ ਆਉਂਦੀਆਂ ਤੇ ਅਮਿਤ ਸ਼ਾਹ ਨੂੰ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ। ਪਰ ਸਾਡੇ ਮੁਲਕ ਵਿੱਚ ਢੀਠਤਾਈ ਦੀ ਇਹ ਸਿਖਰ ਹੈ ਭਈ ਇਹਨਾਂ ਗੱਲਾਂ ਨੂੰ ਗੋਲਿਆ ਨਹੀਂ ਜਾਂਦਾ। ਜਿਹੜਾ ਇੱਕ ਵਾਰੀ ਗੱਦੀ ਸਾਂਭ ਲੈਂਦਾ ਉਹ ਚਿੰਬੜਿਆ ਰਹਿੰਦਾ, ਮਰਨ ਤੱਕ ਚਿੰਬੜਿਆ ਰਹਿੰਦਾ ਮੈਂ ਕਹੂੰਗਾ। ਬਿਲਕੁਲ। ਫਿਰ ਤੁਸੀਂ ਮਮਤਾ ਬੈਨਰਜੀ ਨੇ ਬਹੁਤ ਸਖਤ ਟਿੱਪਣੀਆਂ ਕੀਤੀਆਂ ਭਈ ਜਿਹੜਾ ਚੋਣ ਜ਼ਾਬਤਾ ਉਹ ਮੋਦੀ ਜ਼ਾਬਤਾ ਉਹਦਾ ਨਾਂ ਰੱਖ ਦਿੱਤਾ ਜਾਵੇ ਤਾਂ ਬਿਹਤਰ ਹੈ, ਕਿਉਂਕਿ ਪ੍ਰਾਈਮ ਮਿਨਿਸਟਰ ਦੇ ਇਸ਼ਾਰੇ ਤੇ ਚੋਣ ਕਮਿਸ਼ਨ ਸਾਰਾ ਕੁਝ ਕਰ ਰਿਹਾ ਹੈਗਾ। ਫਿਰ ਉੱਥੇ ਜਿੱਥੇ ਇਹ ਮੌਤਾਂ ਹੁੰਦੀਆਂ ਤੁਸੀਂ ਦੇਖੋ 72 ਘੰਟਿਆਂ ਲਈ ਕੋਈ ਸਿਆਸਤਦਾਨ ਨਹੀਂ ਉੱਥੇ ਜਾ ਸਕਦਾ। ਠੀਕ ਆ, ਕੋਈ ਹੋਰ ਨਹੀਂ ਜਾ ਸਕਦਾ। ਉਹਦਾ ਮਤਲਬ ਆ ਸਬੂਤ ਮਿਟਾਏ ਜਾ ਰਹੇ ਨੇ। ਫਿਰ ਜਿਹੜਾ ਹੈਗਾ ਇਹਨਾਂ ਨੇ ਮਮਤਾ ਬੈਨਰਜੀ ਹੁਣੀ ਐਲਾਨ ਕੀਤਾ ਵੀ ਮੈਂ 14 ਅਪ੍ਰੈਲ ਨੂੰ ਜਿਹੜੇ ਜਿਨ੍ਹਾਂ ਬੰਦਿਆਂ ਨੇ ਜਾਨ ਗਵਾਈ ਆ ਤ੍ਰਿਣਮੂਲ ਕਾਂਗਰਸ ਤੇ, ਉਹਨਾਂ ਨੂੰ ਜਿਹੜਾ ਉਹਨਾਂ ਦੇ ਪਰਿਵਾਰਾਂ ਕੋਲ ਜਾਊਂਗੇ। ਠੀਕ ਹੈ। ਫਿਰ ਅਗਲੀ ਗੱਲ ਦੇਖੋ ਵੀ ਉੱਥੇ 4 ਬੰਦੇ ਮਾਰ ਦਿੱਤੇ ਜਾਂਦੇ ਤ੍ਰਿਣਮੂਲ ਕਾਂਗਰਸ ਦੇ। ਦੋਸ਼ ਸਾਰਾ ਮਮਤਾ ਬੈਨਰਜੀ ਦੇ ਭਾਸ਼ਣਾਂ ਕਰਕੇ ਜੀ ਇਹ ਭੜਕੇ ਆ ਲੋਕ, ਉਹ ਸਾਰਾ ਉਹਦੇ ਸਿਰ ਮੜ ਕੇ ਤਾਂ ਤੁਸੀਂ ਸੁਰਖਰੂ ਹੋ ਗਏ। ਜਿਹੜਾ ਸੱਤੀ ਸਾਹਿਬ ਪਹਿਲਾਂ ਬਿਆਨ ਆਇਆ ਸੀ ਜੀ, ਈਵਨ ਇਲੈਕਸ਼ਨ ਕਮਿਸ਼ਨ ਦਾ ਬਿਆਨ ਆਇਆ ਸੀ ਜਾਂ ਉਸ ਫੋਰਸਸ ਨੇ ਜੋ ਕਿਹਾ ਸੀਗਾ, ਉਹ ਕਹਿੰਦੇ ਜੀ ਕਿ BJP ਦੇ ਵਰਕਰ ਤੇ TMC ਦੇ ਵਰਕਰ ਦਾ ਆਪਸ 'ਚ ਕਲੈਸ਼ ਹੋਇਆ ਜੀ, ਤੇ ਜੇ ਉਹ ਕਲੈਸ਼ ਹੋਇਆ ਤੇ ਮਰੇ ਚਾਰੇ ਹੀ ਕਿੱਦਾਂ ਉਹ TMC ਦੇ। ਤੁਸੀਂ ਦੇਖੋ ਭਈ ਤੇਜਪਾਲ ਜੀ ਇੱਕ ਸ਼ਾਇਰ ਕਹਿੰਦਾ ਭਈ ਕਹਿੰਦੇ ਭਈ हमने शौके गुलबोसी में कांटों पर जुबान रखती जी। ਉਹ ਕਹਿੰਦੇ ਭਈ ਜਿਹੜੇ ਅਸਲ 'ਚ ਲੋਕਾਂ ਨੇ ਨਾ ਮੋਦੀ ਸਾਹਿਬ ਨੂੰ ਇਸ ਕਰਕੇ ਜਿਤਾਇਆ ਸੀ ਭਈ ਕੋਈ ਸਰਕਾਰ ਜਿਹੜੀ ਆ ਹੋਰ ਆਏਗੀ, ਕਾਂਗਰਸ ਦਾ ਜੂੜਾ ਲੱਥੂਗਾ, ਉਹਦੀ ਜਿਹੜੀ ਲੁੱਟ ਖਸੁੱਟ ਲੋਕਾਂ ਦੀ ਹੋਈ ਆ, ਸ਼ਾਇਦ ਕੋਈ ਮਤਲਬ ਸਰਕਾਰ ਬਦਲਣ ਦੇ ਨਾਲ ਜਿਹੜਾ ਆ ਕੋਈ ਤਬਦੀਲੀ ਆਏਗੀ। ਪਰ ਉਹ ਲੋਕਾਂ ਨੇ ਅਸਲ 'ਚ ਨਾ ਫੁੱਲਾਂ ਦੀ ਥਾਂ ਕੰਡਿਆਂ ਤੇ ਜ਼ੁਬਾਨ ਆਪਣੀ ਰੱਖ ਦਿੱਤੀ ਆ। ਇਸ ਕਰਕੇ ਹੁਣ ਪਛਤਾਵਾ ਵੀ ਆ ਆਉਣ ਵਾਲੇ ਸਮਿਆਂ 'ਚ, ਕਿਉਂਕਿ ਫਿਰ ਇਲੈਕਸ਼ਨ ਜਿਹੜੀ ਆ ਸਿਰ 'ਤੇ ਆ। ਇਸ ਤਰ੍ਹਾਂ ਦੇ ਜਿਹੜੇ ਧੱਕੇ ਆ, ਕਦੀ ਤੁਸੀਂ ਦੇਖੋ ਪ੍ਰਾਈਮ ਮਿਨਿਸਟਰ ਕਿਸੇ ਸੂਬੇ ਦੀ ਚੁਣੀ ਹੋਈ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਸੰਬੋਧਨ ਕਰਦਾ, ਦੀਦੀ ਉਹ ਦੀਦੀ। ਠੀਕ ਆ, ਹਾਸੋਹੀਣੀਆਂ ਗੱਲਾਂ ਜਿਹੜੀਆਂ ਇੱਕ ਪ੍ਰਾਈਮ ਮਿਨਿਸਟਰ ਤੋਂ ਤਵੱਕੋ ਨਹੀਂ ਕੀਤੀ ਜਾਂਦੀ। ਗ੍ਰਹਿ ਮੰਤਰੀ ਜਿਹੜਾ ਆ ਉਹਨੂੰ ਆਪਣੀ ਪਾਰਟੀ ਦਾ ਜ਼ਿਆਦਾ ਫਿਕਰ ਆ, ਉਹਨੂੰ ਆਪਣੇ ਆਫਿਸ ਨਾਲੋਂ ਬੰਗਾਲ ਦੀ ਚੋਣ ਦਾ ਜ਼ਿਆਦਾ ਫਿਕਰ ਆ। ਬਿਲਕੁਲ। ਪਰ ਇਹ ਬਹੁਤਾ ਅਰਸਾ ਨਹੀਂ ਚੱਲਦਾ ਹੁੰਦਾ। ਚੱਲਣੀ ਤਾਂ ਇੱਕ ਹੋਰ ਚੀਜ਼ ਵੀ ਨਹੀਂ ਚਾਹੀਦੀ ਜੀ। ਕਿਸੇ ਹੋਰ ਸੂਬੇ ਦੀ ਪੁਲਿਸ ਆ ਕੇ ਜੀ ਪੰਜਾਬ ਦੇ ਵਿੱਚੋਂ ਇੱਕ ਮੁੰਡੇ ਨੂੰ ਜਿਹੜਾ ਉਹ ਵੀ ਲਾਅ ਦਾ ਸਟੂਡੈਂਟ ਹੋਵੇ ਜੀ, ਉਹਨੂੰ ਚੱਕ ਕੇ ਲੈ ਜਾਵੇ ਔਰ ਕੈਪਟਨ ਸਾਹਿਬ ਆਪਣੇ ਮਹਿਲਾਂ 'ਚ ਸੁੱਤੇ ਰਹਿਣ ਜੀ, ਉਹਦਾ ਕੋਈ ਐਕਸ਼ਨ ਨਹੀਂ, ਕੋਈ ਪੁਲਿਸ ਨੂੰ ਕੋਈ ਐਕਸ਼ਨ ਨਹੀਂ ਲੈ ਰਹੀ। ਲੱਖੇ ਸਿਧਾਣੇ ਦੇ ਮੈਂ ਕਜ਼ਨ ਦੀ ਗੱਲ ਕਰ ਰਿਹਾ, ਗੁਰਦੀਪ ਸਿੰਘ ਹੁਣਾਂ ਦੀ। ਉਹਨਾਂ ਨੂੰ ਚੱਕ ਕੇ ਲੈ ਜਾਂਦੀ ਆ ਪੁਲਿਸ ਔਰ ਟੌਰਚਰ ਕਰਦੀ ਆ, ਔਰ ਸਾਡੀ ਪੁਲਿਸ ਨੂੰ, ਸਾਡੇ ਕੈਪਟਨ ਸਾਹਿਬ ਨੂੰ ਕੁਛ ਨਹੀਂ ਪਤਾ ਵੀ ਇੱਥੇ ਕਿਹੜਾ ਬੰਦਾ ਮੇਰੀ ਸਟੇਟ 'ਚੋਂ ਬਾਹਰ ਜਾ ਰਿਹਾ ਹੈ। ਤਾਂ ਜਦੋਂ ਸਰਕਾਰ ਜਾਣਨਾ ਹੀ ਨਹੀਂ ਚਾਹੁੰਦੀ
ਸਰਕਾਰ ਨੂੰ ਕੋਈ ਫਿਕਰ ਹੀ ਨਹੀਂ। ਦੇਖੋ, ਇੱਕ ਨੌਜਵਾਨ ਵਿਦਿਆਰਥੀ ਹੋਵੇ, ਲੱਖਾ ਸਦਾਣਾ ਦਾ ਕਜ਼ਨ ਆ, ਚਾਚੇ ਦਾ ਬੇਟਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਲਾਅ ਦਾ ਉਹ ਵਿਦਿਆਰਥੀ ਆ, ਉੱਥੇ ਲਾਅ ਦਾ ਵਿਦਿਆਰਥੀ ਆ, ਪੇਪਰ ਦੇਣ ਜਾਂਦਾ, ਉੱਥੋਂ ਚੁੱਕਿਆ ਜਾਂਦਾ, ਚੰਡੀਗੜ੍ਹ ਲਿਆਣ ਕੇ ਬੱਚੇ 'ਤੇ ਤਸ਼ੱਦਦ ਕੀਤਾ ਜਾਂਦਾ ਔਰ ਅੰਬਾਲੇ ਉਹਨੂੰ ਸੁੱਟ ਕੇ ਦਿੱਲੀ ਪੁਲਿਸ ਚਲ ਜਾਂਦੀ ਆ। ਪੰਜਾਬ 'ਚ ਕੀ ਹੋ ਰਿਹਾ? ਪਟਿਆਲੇ ਪੰਜਾਬ ਵਾਲਿਆਂ ਦਾ ਰਾਜ ਨਹੀਂ, ਪਟਿਆਲੇ ਕਿਤੇ ਛੱਤੀਸਗੜ੍ਹ ਵਾਲੀ ਪੁਲਿਸ ਆਣ ਕੇ ਰਾਜ ਕਰਦੀ ਆ। ਬਿਲਕੁਲ। ਚੰਡੀਗੜ੍ਹ 'ਚ ਪੰਜਾਬ ਪੁਲਿਸ ਬੈਠੀ ਆ, ਉਹ ਅਕਸਰ ਸੜਕ ਤੋਂ ਲੈ ਕੇ ਗਏ ਹੋਣਗੇ, ਅੰਬਾਲੇ ਤੋਂ ਅੱਗੇ ਲਾਲੜੂ ਤੋਂ ਕਾਫੀ ਪਹਿਲਾਂ ਜਿਹੜਾ ਆ ਪੰਜਾਬ ਸ਼ੁਰੂ ਹੋ ਜਾਂਦਾ। ਸੋ ਇਹਨਾਂ ਇੱਕ ਨੌਜਵਾਨ ਨੂੰ ਪੁਲਿਸ ਲਈ ਫਿਰਦੀ ਆ, ਉੱਤੇ ਤਸ਼ੱਦਦ ਵੀ ਕਰਦੀ, ਉਹਨੂੰ ਮੁੜ ਕੇ ਸੁੱਟ ਕੇ ਵੀ ਚਲ ਜਾਂਦੀ ਆ। ਕਿ ਇਹ ਨੈਤਿਕ ਜ਼ਿੰਮੇਵਾਰੀ ਨਹੀਂ ਬਣਦੀ ਸੂਬੇ ਦੇ ਮੁੱਖ ਮੰਤਰੀ ਦੀ ਵੀ ਉਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ, ਦਿੱਲੀ ਪੁਲਿਸ ਨੂੰ ਕਟਹਿਰੇ 'ਚ ਖੜਾ ਕਰਨ ਵਾਲਾ ਹੋਵੇ ਵੀ ਕਿਉਂ ਚੁੱਕਿਆ, ਕਿਉਂ ਉੱਤੇ ਤਸ਼ੱਦਦ ਕੀਤਾ ਤੇ ਕਿਉਂ ਉਹਨੂੰ ਸੁੱਟ ਕੇ ਗਏ ਹੋ ਤੁਸੀਂ? ਲੱਖੇ ਸਦਾਣੇ ਨਾਲ ਕੋਈ ਵੈਰ ਹੋਊਗਾ ਪੁਲਿਸ ਦਾ, ਉਹਦਾ ਕੋਈ ਜਿਹੜਾ ਕਸੂਰ ਹੋਏਗਾ ਉਹਨੂੰ ਫੜੋ, ਉਹਨੂੰ ਸਜ਼ਾ ਦਿਓ, ਪਰ ਉਹ ਵੀ ਲਾਅ ਦੇ ਹਿਸਾਬ ਨਾਲ, ਉਹ ਵੀ ਲਾਅ ਦੇ ਹਿਸਾਬ ਨਾਲ। ਤੇ ਦੂਸਰਾ, ਤੁਸੀਂ ਉਹਦੇ ਇੱਕ ਮਤਲਬ ਚਚੇਰੇ ਭਰਾ ਨੂੰ ਫੜ ਕੇ ਉੱਤੇ ਤਸ਼ੱਦਦ ਕਰਦੇ ਹੋ, ਉਹਦੇ ਲਈ ਕੌਣ ਜ਼ਿੰਮੇਵਾਰ ਆ? ਸਰਕਾਰ। ਮੈਂ ਸਮਝਦਾ ਵੀ ਪੰਜਾਬ ਸਰਕਾਰ ਨੂੰ ਇਹਦੀ ਨੈਤਿਕ ਜ਼ਿੰਮੇਵਾਰੀ ਲੈਣੀ ਚਾਹੀਦੀ ਆ ਔਰ ਹਾਲ ਪਾਰਿਆ ਕਰਨੀ ਚਾਹੀਦੀ ਆ। ਪਰ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਸਰਕਾਰ ਇਹ ਮੁੱਦਾ ਜਿਹੜਾ ਹੈ ਕਿਸੇ ਵੀ ਲੈਵਲ 'ਤੇ ਜਿਹੜਾ ਉਹ ਕੇਂਦਰ ਸਰਕਾਰ ਨਾਲ ਜਾਂ ਦਿੱਲੀ ਪੁਲਿਸ ਨਾਲ ਉਠਾਏਗੀ ਜਾਂ ਕਿਤੇ ਹਾਲ ਪਾਰਿਆ ਕਰੇਗੀ, ਕਿਉਂਕਿ ਇਹ ਸੇਕ ਜਦੋਂ ਇਹਨਾਂ ਦੇ ਘਰਾਂ 'ਚ ਕਿਤੇ ਲੱਗਦਾ ਹੈਗਾ ਉਦੋਂ ਹੀ ਇਹ ਰੌਲਾ ਪਾਉਂਦੇ ਆ ਸਿਆਸਤਦਾਨ। ਇਹਨਾਂ ਦੇ ਘਰ ਈਡੀ ਆਉਂਦੀ ਆ, ਉਦੋਂ ਫਿਕਰ ਪੈਂਦਾ ਵੀ ਮੇਰੇ ਪੁੱਤ ਨੂੰ ਨਾ ਫੜ ਲੈਣ, ਮੇਰੇ ਪੁੱਤ ਨੂੰ ਨਾ ਫੜ ਲੈਣ। ਤਾਂ ਬਗਾਨੇ ਪੁੱਤਾਂ ਦਾ ਇਹਨਾਂ ਨੂੰ ਕੋਈ ਫਿਕਰ ਨਹੀਂ ਹੈਗਾ। ਬਗਾਨੇ ਪੁੱਤ ਤਾਂ ਵਿਦੇਸ਼ਾਂ 'ਚ ਜਾ ਕੇ ਧੱਕੇ ਖਾ ਰਹੇ ਆ, ਬਾਰਡਰ ਟੱਪਦੇ ਆ, ਜਾਇਜ਼ ਨਜਾਇਜ਼ ਉੱਥੇ ਗੋਲੀਆਂ ਖਾ ਰਹੇ ਆ, ਤੇ ਬਗਾਨੇ ਪੁੱਤ ਆਪਣੇ ਸੂਬੇ 'ਚ ਰਹਿਣ, ਇੱਥੇ ਮਿੱਟੀ ਨਾਲ ਮਿੱਟੀ ਹੋਣ। ਜਦ ਸਰਕਾਰਾਂ ਨੂੰ ਕੋਈ ਫਿਕਰ ਹੀ ਨਹੀਂ ਨੌਜਵਾਨੀ ਦਾ, ਤਾਂ ਫਿਰ ਇਹੋ ਜਿਹੇ ਜਿਹੜੇ ਵਰਤਾਰੇ ਆ ਰੋਜ਼ ਹੋਣੇ ਨੇ। ਨਵਜੋਤ ਸਿੰਘ ਸਿੱਧੂ ਨੇ ਤੇ ਇਹਦੇ ਖਿਲਾਫ ਆਵਾਜ਼ ਉਠਾਈ ਹੈ। ਨਵਜੋਤ ਸਿੱਧੂ ਨੇ ਵੀ ਰੌਲਾ ਰੱਪਾ ਪਾਇਆ, ਜ਼ਰੂਰ ਪਾਇਆ, ਪਰ ਉਹਨੂੰ ਮੈਂ ਇੰਡੀਵਿਜੂਅਲੀ ਰੌਲਾ ਜਿਹੜਾ ਸਰਕਾਰ ਵੱਲੋਂ ਐਕਸ਼ਨ ਹੋਣਾ ਚਾਹੀਦਾ ਵੀ ਇੱਕ ਸੂਬੇ ਦੇ ਨੌਜਵਾਨ ਨੂੰ ਚੁੱਕ ਕੇ ਬਾਹਰਲੇ ਸੂਬੇ ਦੀ ਪੁਲਿਸ ਉੱਤੇ ਤਸ਼ੱਦਦ ਢਾ ਕੇ ਚਲੀ ਜਾਵੇ ਤਾਂ ਸਰਕਾਰ ਪੁੱਛੇ ਹੀ ਨਾ। ਐਂ ਤਾਂ ਸੁਖਬੀਰ ਬਾਦਲ ਹੁਣੀ ਵੀ ਕਿਹਾ ਭਈ ਕੈਪਟਨ ਸਾਹਿਬ ਜਿਹੜੇ ਆ ਉਹ ਕਿੱਥੇ ਸੁੱਤੇ ਹੋਏ ਨੇ। ਠੀਕ ਆ, ਗੱਲ ਕੀਤੀ ਆ, ਪਰ ਜਿਸ ਰੂਪ ਵਿੱਚ ਸਰਕਾਰ ਨੂੰ ਇਹਦੇ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ, ਉਹ ਨਹੀਂ ਹੋਈ ਹੈਗੀ। ਅੱਛਾ, ਯੂਪੀ 'ਚ ਕਰੋਨਾ ਦਾ ਜਿਹੜਾ ਆਹ ਆਪਣੇ ਵੈਕਸੀਨੇਸ਼ਨ ਆ ਜੀ, ਉਹ ਕਰਦੇ ਕਰਦੇ ਕਿਤੇ ਕਰੋਨਾ ਦੀ ਵੈਕਸੀਨੇਸ਼ਨ ਮੁੱਕ ਗਈ ਤੇ ਕੁਝ ਲੇਡੀਜ਼ ਨੂੰ ਉਹਨਾਂ ਨੇ ਐਂਟੀ ਰੇਬੀਜ਼ ਹੀ ਲਾਤੇ। ਹਾਂ, ਦੇਖੋ ਦੇਸ਼ ਦਾ ਹਾਲ ਹੈ। ਹਲਕਾ ਤੋਂ ਜਿਹੜੇ ਆਪਾਂ ਟੀਕੇ ਲਾਉਂਦੇ ਆ, ਇਹ ਇੱਧਰ ਬਾਗਪਤ ਬੜੌਤ ਦੀ ਗੱਲ ਹੈਗੀ ਆ। ਪਹਿਲਾਂ ਤੁਸੀਂ ਦੇਖੋ ਭਈ ਅਣਜਾਣੇ ਆ ਜਿਹੜੇ ਨਿੱਕੇ, ਉਹ ਆਕਸੀਜਨ ਦੀ ਥੁੜ ਖੁਣੋਂ ਮਰਦੇ ਆ। ਬਿਲਕੁਲ। ਜਿਹੜਾ ਡਾਕਟਰ ਕਫੀਲ ਆਪਣੀ ਜੇਬ 'ਚੋਂ ਉਹਨਾਂ ਲਈ ਸਿਲੰਡਰਾਂ ਦਾ ਇੰਤਜ਼ਾਮ ਕਰਦਾ ਆਕਸੀਜਨ ਵਾਲਿਆਂ ਦਾ, ਉਹਦੇ 'ਤੇ ਦੇਸ਼ ਧਰੋਹ ਦੇ ਪਰਚੇ, ਪਹਿਲਾਂ ਅਣਗਹਿਲੀ ਦੇ ਪਰਚੇ। ਤਾਂ ਸਾਡੇ ਜੋਗੀ ਜਿਹੜੇ ਆ ਮੁੱਖ ਮੰਤਰੀ ਉਸ ਸੂਬੇ ਦੇ, ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਪਈ ਐਡਾ ਹੀ ਵੱਡੀ ਅਣਗਹਿਲੀ ਹੋਈ ਹੋਵੇ ਪਈ ਕਿਤੇ ਆਪਣਾ ਅਹੁਦਾ ਹੀ ਛੱਡ ਦੇਣ, ਜਾਂ ਜ਼ਿੰਮੇਵਾਰ ਜਿਹੜੇ ਡਾਕਟਰ ਆ ਉਹਨਾਂ ਨੂੰ ਹੀ ਫਾਹੇ ਟੰਗਿਆ ਹੋਵੇ। ਕਿੱਥੇ ਐਂਟੀ ਰੇਬੀਜ਼ ਤੇ ਕਿੱਥੇ ਜਿਹੜੇ ਆ ਵੈਕਸੀਨੇਸ਼ਨ ਜਿਹੜੀ ਆ ਕੋਵਿਡ ਦੀ। ਸੋ ਇਹਨਾਂ ਨੂੰ ਤੇਜਪਾਲ ਜੀ ਕੋਈ ਪੁੱਛਣ ਵਾਲਾ ਨਹੀਂ, ਜਿਸ ਕੀ ਲਾਠੀ ਉਸ ਕੀ ਭੈਂਸ। ਤੇ ਜਿਹੜੇ ਆਮ ਲੋਕ ਆ, ਵੋਟਰ ਆ ਜਿਹੜੇ, ਉਹ ਤਾਂ ਸਿਰਫ ਇਹਨਾਂ ਨੂੰ ਵੋਟਾਂ ਵੇਲੇ ਚੇਤੇ ਆਉਂਦੇ ਆ, ਨਾ ਇਹ ਆਪਣੀਆਂ ਗੱਦੀਆਂ ਛੱਡਦੇ ਨੇ, ਨਾ ਕੋਈ ਨੈਤਿਕ ਜ਼ਿੰਮੇਵਾਰੀਆਂ ਲੈਂਦੇ ਆ। ਯੂਪੀ 'ਚ ਹੁਣ ਤੱਕ ਕੀ ਕੁਛ ਹੋ ਚੁੱਕਾ। ਬਿਲਕੁਲ ਠੀਕ ਆ, ਸਿਆਸਤਦਾਨਾਂ ਦੇ ਹੱਥੋਂ ਅਬਲਾਵਾਂ ਸਤਾਈਆਂ ਜਾਂਦੀਆਂ, ਰੇਪ ਹੁੰਦੇ ਨੇ, ਬਲਾਤਕਾਰ ਹੁੰਦੇ ਆ, ਉਹਨਾਂ ਦੇ ਪਰਿਵਾਰਾਂ ਨੂੰ ਜਿਹੜੇ ਆ ਉਹ ਐਕਸੀਡੈਂਟਾਂ 'ਚ ਮਾਰਿਆ ਜਾਂਦਾ। ਠੀਕ ਹੈ, ਫਿਰ ਕਿਤੇ ਅੱਧੀ ਰਾਤ ਨੂੰ ਬਲਾਤਕਾਰ ਪੀੜਤਾਂ ਦੇ ਸੰਸਕਾਰ ਹੁੰਦੇ ਆ, ਘਰਦਿਆਂ ਨੂੰ ਵੀ ਨਹੀਂ ਦੱਸਿਆ ਜਾਂਦਾ। ਸੋ ਇੰਨਾ ਕੁਛ ਸੂਬੇ ਦੇ ਵਿੱਚ ਹੋ ਜਾਵੇ ਤਾਂ 3 ਐਂਟੀ ਰੇਬੀ ਦੇ ਟੀਕੇ ਲੱਗ ਗਏ ਕੋਵਿਡ ਵੈਕਸੀਨੇਸ਼ਨ ਦੀ ਥਾਂ, ਉਹ ਤਾਂ ਉਹਨਾਂ ਲਈ ਜਿਹੜਾ ਨਿੱਕੀ ਜਿਹੀ ਗੱਲ ਆ। ਬਿਹਾਰ ਦੇ ਵਿੱਚ 2 NGOs ਤੇ ਸਿਰਫ ਇਸ ਕਰਕੇ ਦੇਸ਼ ਧਰੋਹ ਦਾ ਮੁਕੱਦਮਾ ਹੋ ਗਿਆ ਜੀ ਵੀ ਉਹਨਾਂ ਨੇ CAA NRC ਬਾਰੇ ਲੋਕਾਂ ਨੂੰ ਜਾਂ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰਤਾ ਸੀ। ਤੁਸੀਂ ਇਹ ਦੇਖ ਲਓ ਵੀ ਆਹ ਦੇਸ਼ ਦਾ ਹਾਲ ਹੈ। ਇਹਨਾਂ ਦਾ ਲਿਆਂਦਾ ਹੋਇਆ ਕਾਨੂੰਨ ਜੀ ਉਹਨੇ ਬੱਚਿਆਂ ਨੂੰ ਦੱਸਿਆ ਤਾਂ ਉਹਨਾਂ ਤੇ ਦੇਸ਼ ਧਰੋਹ ਦਾ ਮੁਕੱਦਮਾ ਹੋ ਗਿਆ ਜੀ। ਸੋ ਸਾਡੇ ਜਿਹੜੀ ਕੇਂਦਰੀ ਹਕੂਮਤ ਹੈ ਇਸ ਵੇਲੇ ਭਾਜਪਾ ਦੀ, ਉਹਨਾਂ ਲਈ ਤਾਂ ਬਸ RSS ਵਾਲੇ ਹੀ ਜਿਹੜੇ ਆ ਉਹ ਦੇਸ਼ ਭਗਤ ਨੇ ਸੱਚੇ।
ਉਹਨਾਂ ਲਈ ਜਿਹੜਾ ਵੀ ਕੋਈ ਉਹਨਾਂ ਦੀ ਵਿਰੋਧੀ ਸੁਰ ਰੱਖਦਾ ਹੈਗਾ ਉਹਨੂੰ ਕਿਸੇ ਨਾ ਕਿਸੇ ਰੂਪ ਵਿੱਚ ਟੰਗਣ ਦਾ ਯਤਨ ਕਰਦੇ ਆ, ਝੂਠੇ ਮੁਕੱਦਮਿਆਂ 'ਚ ਫਸਾਉਂਦੇ ਨੇ, ਉਹਨਾਂ ਦਾ ਮਨੋਬਲ ਡਿੱਗਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਸੋ ਪਰ ਇਹ ਵਰਤਾਰਾ ਜਿਹੜਾ ਆ ਲੰਬਾ ਨਹੀਂ ਚੱਲਣਾ ਚਾਹੀਦਾ, ਬਹੁਤਾ ਲੰਬਾ ਚੱਲਣਾ ਵੀ ਨਹੀਂ ਚਾਹੀਦਾ ਔਰ ਚੱਲਦਾ ਵੀ ਨਹੀਂ ਹੁੰਦਾ। ਚੱਲਦਾ ਵੀ ਨਹੀਂ ਹੁੰਦਾ। ਅੱਛਾ, RSS ਦਾ ਜੀ USA ਦੇ ਵਿੱਚ ਕਹਿੰਦੇ ਉਹ ਕੋਵਿਡ ਦੇ ਲਈ ਫੰਡ ਇਕੱਠੇ ਕਰੀ ਜਾਂਦੇ ਆ, ਉਹ ਜਾਂਦਾ ਕਿੱਥੇ ਆ ਫੰਡ? ਇਹ ਗੱਲਾਂ ਸੁਣਨ ਚ ਆਇਆ, ਉਹ ਤਰਸ਼ੂਲ ਜਾਂ ਡਾਂਗਾ ਜ਼ਰੂਰ ਖਰੀਦ ਰਹੇ ਹੋਣਗੇ ਇਸ ਫੰਡ ਦੇ ਨਾਲ। ਪਹਿਲੀ ਗੱਲ ਤਾਂ ਵੀ ਸਾਡੀ ਸਰਕਾਰ ਜਿਹੜੀ ਆ RSS ਦੇ ਆਸ਼ਿਆਂ ਅਨੁਸਾਰ ਚੱਲਦੀ ਆ, ਉਹਦੇ ਸਿਧਾਂਤਾਂ ਤੇ ਚੱਲ ਰਹੀ ਆ। ਤੇ ਜੇ ਇਦਾਂ ਦੇ ਦੋਸ਼ ਲੱਗੇ ਆ ਜਾਂ ਕਿਤੇ ਕੋਈ ਕੰਕਰੀਟ ਗੱਲ ਹੈਗੀ ਆ ਤਾਂ ਉਹਦੇ ਲਈ RSS ਨਾਲੋਂ ਪਹਿਲਾਂ ਕੇਂਦਰ ਦੇ ਹਾਕਮ ਜਵਾਬਦੇਹ ਨੇ ਜੀ। ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ। ਅਗਲੇ ਪ੍ਰੋਗਰਾਮ ਤੱਕ ਇਜਾਜ਼ਤ ਦਿਓ। ਸਤੀ ਸਾਹਿਬ, ਬਹੁਤ ਵਧੀਆ ਜਾਣਕਾਰੀ ਦਿੱਤੀ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।